ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਘੋੜੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੇਹ ਤੇਜਨ ਜੀ ਰਾਮ ਉਪਾਇਆ ਰਾਮ। ਧਨ ਮਾਨਸ ਜਨਮ ਪੁੰਨ ਪਾਇਆ ਰਾਮ। ਦੇਹ ਤੇਜਨ ਜੀ ਰਾਮ ਉਪਾਇਆ ਰਾਮ। ਧਨ ਮਾਨਸ ਜਨਮ ਪੁੰਨ ਪਾਇਆ ਰਾਮ। ਮਾਨਸ ਜਨਮ ਵੱਡ ਪੁੰਨੇ ਪਾਇਆ। ਦੇਹ ਸੋ ਕੰਚਨ ਚੰਗੜੀਆ। ਗੁਰਮੁਖ ਰੰਗ ਚਲੂਲਾ ਪਾਵੈ। ਹਰ 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 ਨਵ ਰੰਗੜੀਆ। ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ। ਹਰ ਹਰ ਨਾਮ ਸੁਹਾਵੀਆ। ਵਡ ਭਾਗੀ ਪਾਈ ਨਾਮ ਸਖਾਈ। ਜਨ ਨਾਨਕ ਰਾਮ ਉਪਾਈਆ। ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ। ਹਰ ਹਰ ਨਾਮ ਸੁਹਾਵੀਆ। ਵਡ ਭਾਗੀ ਪਾਈ ਨਾਮ ਸਖਾਈ। ਜਨ ਨਾਨਕ ਰਾਮ ਉਪਾਈਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਦੀਨ ਦੁਨੀਆ ਦੇ ਮਾਲਕ ਸੋਢੀ ਪਾਤਸ਼ਾਹ ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਗੁਰੂ ਕੇ ਸਿੱਖਾ ਦੁਨਿਆਵੀ ਪਕੜ ਨੂੰ ਛੱਡ ਕੇ ਅਧਿਆਤਮਿਕ ਰੰਗ ਨਾਲ ਆਪਣੇ ਆਪ ਨੂੰ ਰੰਗਣਾ ਕਰ। ਇਹ ਲਫ਼ਜ਼ ਮੈਂ ਕਿਉਂ ਕਹੇ ਨੇ? ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਰਸਮਾਂ ਹਨ। ਵਿਆਹ ਸ਼ਾਦੀਆਂ ਦੇ ਮੌਕੇ ਉੱਪਰ ਕਾਕੇ ਦਾ ਵਿਆਹ ਹੁੰਦਾ ਤੇ ਬੀਬੀਆਂ ਘੋੜੀਆਂ ਗਾਉਂਦੀਆਂ ਸਨ। ਬੀਬੀ ਦਾ ਵਿਆਹ ਹੋਵੇ ਤੇ ਬੀਬੀਆਂ ਸੁਹਾਗ ਗਾਉਂਦੀਆਂ ਸਨ। ਔਰ ਜਿਨ੍ਹਾਂ ਵਿੱਚ ਕਈ ਢਿੱਲੇ ਲਫ਼ਜ਼ਾਂ ਦੀ ਅਸੀਂ ਵਰਤੋਂ ਕਰਦੇ ਸਾਂ। ਸਤਿਗੁਰੂ ਪਾਤਸ਼ਾਹ ਨੇ ਸੁਚੇਤ ਕੀਤਾ, ਭਾਈ ਇਹ ਦੁਨਿਆਵੀ ਘੋੜੀਆਂ ਤੇ ਸੁਹਾਗ ਛੱਡ ਕੇ ਉਸ ਪਰਮਾਤਮਾ ਨਾਲ ਜੁੜਨ ਦੀਆਂ ਘੋੜੀਆਂ ਗਾਉਣਾ ਕਰ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੰਦਰ ਵਿਚਾਰ ਆਉਣ ਦਾ ਕਾਰਨ ਆਪਾਂ ਸਾਰੇ ਸਮਾਜ ਵਿੱਚ ਵਿਚਰ ਰਹੇ ਹਾਂ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਘੋੜੀਆਂ ਸੁਹਾਗ, ਔਰ ਉਹਨਾਂ ਦੇ ਵਿੱਚ ਇੱਕ ਛੰਦ ਦੀ ਚਾਲ ਸੀ ਸਿੱਠਣੀਆਂ। ਔਰ ਉਹਨਾਂ ਸਿੱਠਣੀਆਂ ਵਿੱਚ ਇਹੋ ਜਿਹੇ ਢਿੱਲੇ ਬਚਨ ਸਨ ਜਿਨ੍ਹਾਂ ਨੂੰ ਵਿਚਾਰ ਕੇ ਪੜ੍ਹ ਕੇ ਸਾਨੂੰ ਆਪਣੇ ਆਪ 'ਤੇ ਹਾਸਾ ਆਉਂਦਾ, ਮਜ਼ਾਕ ਆਉਂਦਾ ਮਨ ਵਿੱਚ।
ਦੀਵਾ ਬੁਝਾ ਦਿਓ ਨਹੀਂ ਸਾਡਾ ਕੁੜਮ ਬੈਟਰੀ ਵਰਗਾ, ਦਾਣੇ ਪਸਾ ਲਓ ਨਹੀਂ ਸਾਡਾ ਕੁੜਮ ਵਹਿੜ ਕੇ ਵਰਗਾ। ਅਸੀਂ ਇਸ ਗੱਲ ਨੂੰ ਚਿੱਥੀਏ, ਜੇ ਕੁੜਮ ਵਹਿੜਕਾ ਤੇ ਪਸ਼ੂ ਅਸੀਂ ਕੌਣ ਹਾਂ। ਸਾਨੂੰ ਸਤਿਗੁਰੂ ਪਾਤਸ਼ਾਹ ਨੇ ਸਚੇਤ ਕੀਤਾ, ਭਾਈ ਇਹਨਾਂ ਢਿੱਲੀਆਂ ਗੱਲਾਂ ਦੇ ਨਾਲ ਨਾ ਜੁੜ, ਆਪਣੀ ਦੇਹ ਨੂੰ ਘੋੜੀ ਬਣਾ ਕਰਕੇ ਜੀਵ ਆਤਮਾ ਲਾੜਾ ਬਣੇ ਔਰ ਮੁਕਤੀ ਰੂਪੀ ਸੁਹਾਗਣ ਨੂੰ ਵਿਆਹੁਣ ਦਾ ਯਤਨ ਕਰ। ਆਪਾਂ ਸਾਰਿਆਂ ਨੂੰ ਵਾਹਿਗੁਰੂ ਨੇ ਦੇਹ ਦਿੱਤੀ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਸ ਦੇਹ ਦੀ ਠੀਕ ਵਰਤੋਂ ਕਰ ਔਰ ਇਸ ਦੇਹ ਤੇ ਚੜ੍ਹ ਕਰਕੇ, ਜਿਹਨੂੰ ਅਸੀਂ ਕਹਿੰਦੇ ਦੇਹ ਅਧਿਆਸ ਦਾ ਤਿਆਗ, ਦੇਹ ਅਧਿਆਸ ਇਤਿਹਾਸ ਜਿਹੜਾ ਅਰਥ ਹੈ ਸ਼ਬਦ ਹੈ, ਇਹਦੇ ਬਾਰੇ ਸਾਡੇ ਬਜ਼ੁਰਗ ਸਿਆਣੇ ਗੁਰਮੁਖਾਂ ਦੇ ਬਚਨ ਨੇ, ਅੱਠੇ ਪਰ ਦੇਹ ਦੀ ਪੋਚਾ ਪਾਚੀ ਕਰਨੀ, ਮੇਰਾ ਰੰਗ ਨਿਖਰ ਜਾਏ, ਮੇਰੀ ਸਿਹਤ ਮਜ਼ਬੂਤ ਹੋ ਜਾਏ। ਅਸੀਂ ਸਾਰਿਆਂ ਦਾ ਸਾਡਾ ਉਪਰਾਲਾ ਯਤਨ ਹੈ, ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਦੇਹ ਵੀ ਤੇਰੇ ਕੋਲ ਸਦੀਵੀ ਤੌਰ ਤੇ ਨਹੀਂ ਰਹਿਣੀ, ਇਹ ਵੀ ਕਦੇ ਪਰਾਈ ਹੋ ਜਾਏਗੀ। ਆਪਾਂ ਰੋਜ਼ਾਨਾ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਗੁਰੂ ਪੰਚਮ ਪਾਤਸ਼ਾਹ ਦਾ ਉਚਾਰਿਆ ਸ਼ਬਦ ਆਪਾਂ ਪੜ੍ਹਦੇ ਤੇ ਸੁਣਦੇ ਹਾਂ, ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲ ਕੀ ਇਹ ਤੇਰੀ ਬਰੀਆ। ਇਸ ਦੇਵਰੀਆ ਦੇ ਅਰਥ ਮੈਂ ਆਪਣੇ ਉਸਤਾਦ, ਆਪਣੇ ਵਿਦਿਆ ਦਾਤੇ ਚਾਚਾ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਕੋਲ ਪੜ੍ਹੇ ਨੇ। ਦੇਵਰੀਆ ਦਾ ਭਾਵ ਹੈ ਦਲੀਜ, ਜਿਹੜੇ ਸਾਡੇ ਦਰਵਾਜ਼ੇ ਹੁੰਦੇ ਨੇ ਥੱਲੇ ਵਾਲਾ ਸਾਨੂੰ ਦਲੀਜ ਕਹਿੰਦੇ ਆ। ਇਹ ਸਾਡੀ ਆਪਣੀ ਮਰਜ਼ੀ ਪਿਆ ਆਪਾਂ ਦਲੀਜ ਦੇ ਅੰਦਰ ਹੋ ਜਾਈਏ, ਸਾਡੀ ਆਪਣੀ ਵਿਚਾਰ ਹੈ ਪਿਆ ਆਪਾਂ ਦਲੀਜ ਤੋਂ ਬਾਹਰ ਬਹਿ ਜਾਈਏ। ਗੁਰੂ ਪੰਚਮ ਪਾਤਸ਼ਾਹ ਨੇ ਇਸ ਸਰੀਰ ਨੂੰ ਦਿਓਰੀ ਤਾਂ ਕਿਹਾ, ਭਾਈ ਗੁਰਮੁਖਾ ਇਹ ਤੇਰੀ ਮਰਜ਼ੀ, ਤੂੰ ਸੰਸਾਰ ਵਾਲੇ ਪਾਸੇ ਵੱਲ ਜਾਣਾ, ਕਰਤਾਰ ਵਾਲੇ ਪਾਸੇ ਵੱਲ ਜਾਣਾ, ਚੋਣ ਤੂੰ ਕਰਨੀ ਹੈ। ਇੱਕ ਪਾਸੇ ਕਰਤਾਰ, ਇੱਕ ਪਾਸੇ ਸੰਸਾਰ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਪਾਵਨ ਪਵਿੱਤਰ ਵੀ ਸ਼ਬਦ ਵਿੱਚ ਦੇਹ ਨੂੰ ਘੋੜੀ ਬਣਾ ਕਰਕੇ ਮੁਕਤੀ ਰੂਪੀ ਸੁਹਾਗਣ ਨੂੰ ਵਿਆਹੁਣ ਵਾਸਤੇ ਜਿਹੜਾ ਜੀਵ ਆਤਮਾ ਰੂਪੀ ਲਾੜੇ ਨੇ ਯਤਨ ਕਰਨਾ ਹੈ, ਇਹਨੂੰ ਰੂਪਕ ਅਲੰਕਾਰ ਬਣਾ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਮੇਰੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ, ਪਾਤਸ਼ਾਹ ਜਿਵੇਂ ਆਪ ਜੀ ਨੇ ਪਾਵਨ ਪਵਿੱਤਰ ਬਾਣੀ ਸ਼ਬਦ ਉਚਾਰਿਆ ਨਾ, ਇਹ ਵੀ ਹੁਣ ਤੁਸੀਂ ਸਾਡੇ ਉੱਤੇ ਕਿਰਪਾ ਕਰਿਆ ਜੇ ਇਹ ਪਾਵਨ ਸ਼ਬਦ ਸਾਡੇ ਜੀਵਨ ਦਾ ਅੰਗ ਬਣ ਜਾਏ, ਸਾਡੇ ਅੰਦਰ ਵਸ ਜਾਏ। ਇਹ ਸਾਡੀ ਤੁਹਾਡੇ ਚਰਨਾਂ 'ਚ ਬੇਨਤੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰ, ਰਹਿਮਤ ਕਰਨ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਵਡਹੰਸ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰਦੇ ਹਨ। ਘੋੜੀਆਂ ਇਹ ਛੰਦ ਦੀ ਚਾਲ ਜਾਣਨਾ ਕਰੋ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਰੂਪੀ ਪਰਮਾਤਮਾ ਉਚਾਰਨ ਤੇ ਰੱਖਿਆ ਕਰਦਾ ਹੈ, ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ। ਦੇਹ ਤੇ ਜਨ ਜੀ ਰਾਮ ਉਪਾਈਆ ਰਾਮ। ਗੁਰਮੁਖਾ ਭਰਿਆ ਪੁਰਸ਼ਾ, ਜਿਹੜੀ ਦੇਹ ਹੈ ਨਾ, ਇਹ ਪ੍ਰਮਾਤਮਾ ਨੇ ਤੇਰੇ ਵਾਸਤੇ ਘੋੜੀ ਬਣਾਉਣਾ ਕੀਤੀ ਹੈ। ਉਪਾਈਆ ਰਾਮ ਤੋਂ ਭਾਵ ਇਹ ਪੈਦਾ ਕੀਤੀ ਹੈ। ਧਨ ਮਾਨਸ ਜਨਮ ਪੁੰਨ ਪਾਈਆ ਰਾਮ। ਔਰ ਗੁਰਮੁਖਾ ਇਹ ਪੂਰਬਲੇ ਕਰਮਾਂ ਕਰਕੇ ਇਹ ਤੈਨੂੰ ਮਨੁੱਖਾ ਜਨਮ ਮਿਲਿਆ। ਇਹ ਗੁਰਮੁਖੋ ਕਿਸੇ ਨਾਲ ਧੋਖਾ ਤਾਂ ਕਰਨਾ ਕਿਸੇ ਪਾਸੇ ਰਿਹਾ। ਆਪਾਂ ਆਪਣੇ ਨਾਲ ਵੀ ਕਈ ਵਾਰ ਧੋਖਾ ਕਰਦੇ ਹਾਂ।
ਭਾਈ ਸਾਹਿਬ ਜੀ ਸਤਿਗੁਰੂ ਪਾਤਸ਼ਾਹ ਸਾਡੇ ਤੇ ਜਦੋਂ ਕਿਰਪਾ ਕਰਨਗੇ ਅਸੀਂ ਉਦੋਂ ਇਹ ਚੰਗਾ ਕੰਮ ਕਰਾਂਗੇ। ਗੁਰਮੁਖਾ ਬਹਾਨਾ ਨਾ ਬਣਾ, ਪਹਿਲੇ ਕਰਮ ਕੀਤੇ ਤੇ ਤੂੰ ਭੋਗ ਰਿਹਾ ਹੈ। ਵਾਹਿਗੁਰੂ ਨੇ ਤੈਨੂੰ ਬੁੱਧੀ ਬਖਸ਼ੀ ਹੈ, ਹੁਣ ਯਤਨ ਕਰ, ਅੱਗੇ ਨਹੀਂ ਚੰਗੇ ਕਰਮ ਕੀਤੇ ਤੇ ਹੁਣ ਹੀ ਕਰ ਲਈਏ। ਮੈਂ ਬਚਪਨ ਵਿੱਚ ਦੋ ਬਜ਼ੁਰਗ ਗੱਲਾਂ ਕਰਦੇ ਸਨ, ਉਹਨਾਂ ਦੇ ਕੋਲੋਂ ਇੱਕ ਬੜਾ ਕੀਮਤੀ ਵਿਚਾਰ ਸਰਵਣ ਕੀਤਾ। ਇੱਕ ਬਜ਼ੁਰਗ ਨੇ ਬਚਨ ਬੋਲੇ, ਪੂਰਬ ਕਾ ਕਮਾਇਆ। ਇਹ ਬਾਣੀ ਨਹੀਂ, ਬਾਹਰ ਦਾ ਸ਼ਬਦ ਹੈ। पूर्व का कमाया आगरे में खाया, दिल्ली के व्यापारियों ने सौदा बिगाड़ दिया। ਜਿਹੜੇ ਪੁਰਬਲੇ ਕਰਮ ਕੀਤੇ ਸਨ ਉਹ ਆਪਾਂ ਅੱਗੇ ਭੋਗ ਲੈ। ਜਿਹੜਾ ਸਾਡਾ ਦਿਲ ਹੈ ਨਾ, ਸਾਨੂੰ ਉਸ ਪਾਸੇ ਲੱਗਣ ਨਹੀਂ ਦਿੰਦਾ ਤੇ ਸਾਡਾ ਸੌਦਾ ਵਿਗੜ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਇਹ ਮਨੁੱਖਾ ਜਨਮ ਜਿਹੜਾ ਨਾ ਪੁਰਬਲੇ ਚੰਗੇ ਕਰਮਾਂ ਦੇ ਕਰਕੇ ਤੈਨੂੰ ਪ੍ਰਾਪਤ ਹੋਇਆ ਹੈ। ਮਾਨਸ ਜਨਮ ਵੱਡ ਪੁੰਨੇ ਪਾਇਆ। ਵਿਆਹ ਕਰਨ ਦੇ ਮੁਤਾਬਕ ਇਹਨੂੰ ਕਹਿੰਦੇ ਨੇ ਬੀਬਸਾ ਅਲੰਕਾਰ। ਜਿਹੜਾ ਇਹ ਮਨੁੱਖਾ ਜਨਮ ਹੈ ਨਾ, ਇਹ ਬਹੁਤ ਚੰਗੇ ਕਰਮਾਂ ਕਰਕੇ ਤੈਨੂੰ ਮਿਲਿਆ। ਮਾਰੂ ਰਾਗ ਵਿੱਚ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ। ਕਹਿੰਦੇ, ਭਲਿਆ ਚਾਰ ਪਾਪ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਜਦੋਂ ਤੇਰੇ ਚਾਰ ਪੈਰ ਹੋ ਗਏ, ਤੇਰੇ ਸਿਰ ਤੇ ਸਿੰਘ ਹੋਏ, ਜਵਾਨ ਨੇ ਕੰਮ ਨਾ ਕੀਤਾ ਤੇ ਭਰਿਆ, ਉਦੋਂ ਰੱਬ ਦਾ ਨਾਂ ਕਿਵੇਂ ਲਏਗਾ। ਇੱਥੇ ਬਲਦ ਦੀ ਦ੍ਰਿਸ਼ਟਾਂਤ ਮਹਾਰਾਜ ਹਜ਼ੂਰ ਨੇ ਸਮਝਾਇਆ। ਚਾਰ ਪਾਪ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਊੜਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂਲ ਲਕਈ ਹੈ। ਜਿਹੜਾ ਉਹ ਬਲਦ ਦਾ ਮਾਲਕ ਹੁੰਦਾ, ਉਹਨੂੰ ਹੁੱਜਾਂ ਮਾਰ ਕੇ ਉਠਾਉਂਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਭਲਿਆ ਇਹ ਮਨੁੱਖਾ ਜਨਮ ਵੱਡੇ ਪੁੰਨਾਂ ਦੇ ਕਰਕੇ, ਵਾਹਿਗੁਰੂ ਦੀ ਰਹਿਮਤ ਕਰਕੇ ਤੈਨੂੰ ਪ੍ਰਾਪਤ ਹੋਇਆ ਹੈ। ਦੇਹ ਸੋ ਕੰਚਨ ਚੰਗੜੀਆ। ਗੁਰਮੁਖਾ ਜਿਹੜੀ ਮਨੁੱਖਾ ਦੇ ਤੈਨੂੰ ਸੋਨੇ ਵਰਗੇ ਵਾਹਿਗੁਰੂ ਨੇ ਦਿੱਤੀ ਹੈ ਨਾ, ਇਹਨੂੰ ਸੰਭਾਲਣਾ ਕਰ। ਮੈਂ ਕੁਝ ਦਿਨ ਹੋਏ ਇੱਕ ਅੰਗਰੇਜ਼ ਵਿਦਵਾਨ ਬੇਕਨ ਨੂੰ ਪੜ੍ਹਿਆ। ਉਸ ਮਨੁੱਖ ਨੇ ਆਪਣੀ ਰਾਏ ਦਿੱਤੀ, ਭਾਈ ਜਿਹੜਾ ਗਹਿਣਾ ਹੈ ਨਾ, ਕਿਉਂਕਿ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਂ ਤੇਤੀ। ਜਿਹੋ ਜਿਹੋ ਜੀ ਵਾਹਿਗੁਰੂ ਨੇ ਬੁੱਧੀ ਦਿੱਤੀ, ਉਹਦੇ ਮੁਤਾਬਕ ਆਪਾਂ ਵਿਆਖਿਆ ਕਰਦੇ ਹਾਂ। ਉਸ ਵੀਰ ਨੇ ਲਿਖਿਆ ਕਿ ਸੋਨਾ ਭਾਵੇਂ ਕੀਮਤੀ ਹੈ ਨਾ, ਪਰ ਉਹਦੇ ਗਹਿਣੇ ਬਣਾਉਣ ਵਾਸਤੇ ਉਹਦੇ 'ਚ ਥੋੜ੍ਹੀਆਂ ਬੋੜੀਆਂ ਦੂਜੀਆਂ ਧਾਤਾਂ ਪਾਈਆਂ ਜਾਂਦੀਆਂ ਨੇ, ਤਾਂ ਕਿ ਉਹ ਕਰੜਾ ਗਹਿਣਾ ਤਿਆਰ ਹੋ ਜਾਏ। ਉਸ ਵੀਰ ਨੂੰ ਪੜ੍ਹ ਕੇ ਮੇਰੇ ਮਨ 'ਚ ਖਿਆਲ ਆਇਆ ਵੀ ਮਿੱਤਰਾ, ਵਿਚਾਰ ਤੇਰੀ ਠੀਕ, ਤੇਰੇ ਖਿਆਲ ਦੇ ਮੁਤਾਬਕ ਵੀ ਗਹਿਣਾ ਕੋ ਪਾ ਲੇਗਾ, ਹੋਰ ਸਸਤੀਆਂ ਧਾਤਾਂ ਦੀ ਪੈਣ ਕਰਕੇ ਗਹਿਣਾ ਬਣ ਜਾਏਗਾ। ਪਰ ਜਦੋਂ ਕਸਵੱਟੀ ਤੇ ਮੁੱਲ ਪਾਇਆ, ਉਦੋਂ ਤਾਂਬੇ ਨੇ ਸੋਨੇ ਦੇ ਭਾਅ ਨਹੀਂ ਵਿਕਣਾ। ਸਾਨੂੰ ਸਮਾਜ ਵਿੱਚ ਲੋਕੀ ਉੱਚਾ ਕਰਕੇ ਭਾਵੇਂ ਕਿੰਨਾ ਮਾਣ ਦੇਣ, ਪਰ ਵਾਹਿਗੁਰੂ ਦੇ ਕਰਮ ਗੁਰਮੁਖੋ ਸੱਚਾਈ ਦੀ ਕਦਰ ਹੋਣੀ, ਉੱਥੇ ਖੋਟ ਨਹੀਂ ਚੱਲਣੀ। ਇਹ ਮੈਂ ਉਹਨੂੰ ਪੜ੍ਹ ਕੇ ਤੇ ਮੇਰੀ ਨਿੱਜੀ ਰਾਏ ਹੈ, ਹੋ ਸਕਦਾ ਮੈਂ ਗਲਤ ਹੋਵਾਂ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਸੋਨੇ ਵਰਗਾ, ਇਹਦੀ ਕਦਰ ਕਰਨਾ ਕਰ। ਗੁਰਮੁਖ ਰੰਗ ਚਲੂਲਾ ਪਾਵੈ। ਚਲੂਲੇ ਤੋਂ ਭਾਵ ਹੁੰਦਾ ਗਾੜਾ ਰੰਗ। ਇਹਨੂੰ ਮਹਾਂਪੁਰਸ਼ਾਂ ਨੇ ਸਾਨੂੰ ਪੜ੍ਹਾਉਂਦੇ ਹੁੰਦੇ ਸਨ, ਚੂਹ ਚੂਹਾ ਰੰਗ। ਗੁਰਮੁਖ ਰੰਗ ਚਲੂਲਾ ਪਾਵੇ। ਗੁਰੂ ਦੇ ਸਨਮੁਖ ਹੋ ਕਰਕੇ ਗਾੜਾ ਰੰਗ ਲਾਉਣਾ ਕਰੇ। ਤੇ ਰੰਗ ਕਿਹੜਾ, ਆਪਾਂ ਕਈ ਤਰ੍ਹਾਂ ਦੇ ਝੂਠੇ ਰੰਗ ਲਾਉਨੇ ਆ। ਰੰਗ ਲਾਉਣ ਦਾ ਢੰਗ ਵੀ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ। ਗੁਰੂ ਕੀ ਬਾਣੀ 'ਚ ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੁੜਨੋ ਵੀ ਪੰਗ। ਗੁਰਮੁਖਾ ਕੱਚੇ ਰੰਗਾਂ ਨੂੰ ਛੱਡ ਕੇ ਤੇ ਪ੍ਰਮਾਤਮਾ ਦੇ ਨਾਮ ਦਾ ਰੰਗ ਚਾੜ,
ਜੇ ਗੁਰੂ ਨੇ ਖੁਸ਼ ਹੋ ਕੇ ਰੰਗ ਚਾੜ ਦਿੱਤਾ ਤੇ ਇਹਨੂੰ ਕੋਈ ਭੰਗ ਨਹੀਂ ਕਰ ਸਕਦਾ। ਭਾਵੇਂ ਚਰਕਣੀਆਂ ਤੇ ਚੜ ਜਾਏ, ਭਾਵੇਂ ਬੰਦ ਕੱਟੇ ਜਾਣ, ਭਾਵੇਂ ਖੋਪੜੀ ਲੈ ਜੇ, ਪਰ ਇਹ ਰੰਗ ਨਹੀਂ ਲੈਂਦਾ। ਇਸ ਕਰਕੇ ਗੁਰੂ ਦੇ ਸਨਮੁਖ ਹੋਣ ਕਰਕੇ ਇਹ ਪੱਕਾ ਰੰਗ ਲੱਗੇਗਾ, ਚੜ੍ਹਦਾ ਹੈ। ਹਰ 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 ਨਵ ਰੰਗੜੀਆ। ਆਮ ਕਰਕੇ ਦੁਨਿਆਵੀ ਰੰਗ ਸਮੇਂ ਦੇ ਨਾਲ ਫਿੱਕੇ ਪੈ ਜਾਂਦੇ ਹਨ, ਪਰ ਜਿਹੜਾ ਪ੍ਰਮਾਤਮਾ ਦਾ ਰੰਗ ਹੈ ਨਾ, ਹਰਿਗੁਰੂ ਕਹਿੰਦੇ ਗੁਰਮੁਖਾ, ਇਹ ਦਿਨੇ ਰਾਤ ਨਵੇਂ ਤੋਂ ਨਵਾਂ ਲੱਗੇਗਾ। ਜਿਹਨੂੰ ਆਪਾਂ ਗੁਰਬਾਣੀ 'ਚ ਕਹਿੰਦੇ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾਟੇ। ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ। ਬਾਂਕੀ ਦਾ ਭਾਵ ਹੈ ਸੁੰਦਰ। ਇਹ ਦੇਹ ਤਾਂ ਸੁੰਦਰ ਹੈ ਜੇ ਹਰੀ ਦਾ ਜਾਪ ਕਰਨਾ ਕਰੇ ਤੇ। ਆਪਣੀ ਸਾਰਿਆਂ ਦਾ ਯਤਨ ਹੈ ਵੀ ਅਸੀਂ ਦੂਜਿਆਂ ਨੂੰ ਸੋਹਣੇ ਲੱਗੀਏ, ਸੋਹਣੇ ਬਣੀਏ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹੋ ਹੀ ਸੋਹਣੇ ਨੇ ਜਿਹੜੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਦੇ ਹਨ। ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ। ਇਹ ਦੇਹ ਤਾਂ ਸੁੰਦਰ ਹੈ ਜੇ ਪਰਿਪੂਰਨ ਪ੍ਰਮਾਤਮਾ ਹਰੀ ਦਾ ਜਾਪ ਕਰਨਾ ਕਰੇ ਤਾਂ। ਹਰ ਹਰ ਨਾਮ ਸੁਹਾਵੀਆ। ਇਹ ਪਿਆਰਿਆ ਪ੍ਰਮਾਤਮਾ ਦੇ ਨਾਮ ਲੈਣ ਕਰਕੇ ਸੋਭਾ ਦਿੰਦੀ, ਫੱਬਦੀ ਹੈ, ਚੰਗੀ ਲੱਗਦੀ ਹੈ। ਵੱਡ ਭਾਗੀ ਪਾਈ ਨਾਮ ਸਖਾਈ। ਜਿਹੜੇ ਭਾਈ ਵੱਡੇ ਭਾਗਾਂ ਵਾਲੇ ਨੇ ਨਾ, ਉਹਨਾਂ ਨੇ ਇਸ ਦਾਤ ਨੂੰ ਪ੍ਰਾਪਤ ਕਰ ਲਿਆ। ਕਿਹੜੀ ਦਾਤ? ਵਾਹਿਗੁਰੂ ਨੂੰ ਜਪਣ ਦੀ ਦਾਤ। ਨਾਮ ਸਿਖਾਈ ਤੋਂ ਭਾਵ ਸਿਖਾਈ ਕਹਿੰਦੇ ਨੇ ਮਿੱਤਰ ਨੂੰ, ਦੋਸਤ ਨੂੰ, ਸਹੇਲੀ ਨੂੰ, ਸਖੀਆਂ ਜਿਵੇਂ ਆਪਾਂ ਬੋਲਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾੜੇ ਬਾਕੀ ਦੀਆਂ ਸਖੀਆਂ, ਸਹੇਲੀਆਂ ਤੇ ਮਿੱਤਰ ਨੇ ਨਾ, ਉਹ ਛੱਡ ਜਾਣਗੇ। ਇੱਕ ਵਾਹਿਗੁਰੂ ਦਾ ਨਾਮ ਅਜਿਹਾ ਜਿਹੜਾ ਤੇਰਾ ਪੱਕਾ ਮਿੱਤਰ ਹੈ। ਬਾਕੀ ਦੇ ਜਿੰਨੇ ਰਿਸ਼ਤੇ ਨੇ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਨਾਮ ਧਰੀਕ ਝੂਠੇ ਸਭ ਸਾਖ, ਇਹ ਕੇਵਲ ਤੇ ਕੇਵਲ ਰਸਮੀ ਤੌਰ ਤੇ ਹਨ। ਆਪਾਂ ਸਮਾਜਿਕ ਜੀਵ ਹਾਂ। ਸਾਦੀ ਜੀ ਆਮ ਪ੍ਰਚਲਿਤ ਮਿਸਾਲ ਮੈਂ ਸਾਂਝੀ ਕਰਾਂ। ਜਿਹੜੇ ਪੁੱਤਰ ਨੂੰ ਅਸੀਂ ਅਰਦਾਸਾਂ ਕਰਕੇ ਪ੍ਰਾਪਤ ਕਰਦੇ ਹਾਂ ਨਾ, ਜਿਸ ਦਿਨ ਸਾਡੀ ਮੌਤ ਹੁੰਦੀ ਹੈ, ਉਸ ਦਿਨ ਸਮਾਜ ਦੇ ਵਿੱਚ ਉਹ ਸਾਡਾ ਬੇਟਾ ਸਾਡੇ ਮੂੰਹ ਤੇ ਘਿਓ ਦਾ ਪੀਪਾ ਪਾ ਕਰਕੇ ਤੇ ਚੌਂ ਪਾਸੀ ਅੱਗ ਲਾ ਕੇ ਤੇ ਸਾਡੇ ਨਾਲ ਨਾਤਾ ਤੋੜ ਲੈਂਦਾ ਹੈ। ਨਾ ਪੁੱਤਰ ਗਿਆ, ਨਾ ਪਤਨੀ ਗਈ, ਨਾ ਮਿੱਤਰ ਗਏ। ਕੀ ਗਿਆ? ਕੇਵਲ ਤੇ ਕੇਵਲ ਇੱਕ ਨਾਮ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾੜਾ ਵਾਹਿਗੁਰੂ ਦਾ ਇੱਕ ਨਾਮ ਹੈ ਨਾ, ਇਹੋ ਹੀ ਤੇਰਾ ਸਖਾ ਹੈ, ਇਹ ਮਿੱਤਰ ਹੈ। ਜਨ ਨਾਨਕ RAM ਉਪਾਈਆ। ਇਹ ਗੁਰਮੁਖਾ ਉਸ ਪਰਿਪੂਰਨ ਪ੍ਰਮਾਤਮਾ ਨੇ ਇਹ ਤੈਨੂੰ ਦੇਹ ਬਖਸ਼ੀ ਹੈ, ਪੈਦਾ ਕੀਤੀ ਹੈ। ਦੇਹ ਪਾਵੋ ਜੀਨ ਬੁਝ ਚੰਗਾ RAM। ਫਿਰ ਆਪਾਂ ਉਸ ਘੋੜੀ ਤੇ ਕਾਠੀ ਪਾਉਣੇ, ਸਵਾਰੀ ਕਰਨ ਲਈ। ਕਾਠੀ ਕਿਹੜੀ ਪਾਉਣੀ ਹੈ? ਦੇਹ ਪਾਵੋ ਜੀਨ, ਜੀਨ ਕਹਿੰਦੇ ਨੇ ਕਾਠੀ ਨੂੰ। ਕਾਠੀ ਕਿਹੜੀ ਪਾਉਣੀ ਹੈ? ਜਿਹੜਾ ਚੰਗਾ ਬੁੱਢਣਾ ਹੈ। ਆਪਾਂ ਬੁੱਢਦੇ ਤਾਂ ਲੇਕਿਨ ਗਲਤ ਬੁੱਢਦੇ ਹਾਂ। 27 ਸਾਲ ਹੋ ਗਿਆ ਮੈਂ ਮਲੇਸ਼ੀਆ ਵਿੱਚ ਗਿਆ ਤੇ ਉੱਥੇ ਇੱਕ ਮਿੱਤਰ ਪਿਆਰਾ ਮੈਨੂੰ ਕਹਿਣ ਲੱਗਾ, ਗਿਆਨੀ ਜੀ ਮੈਂ PhD ਕਰ ਰਿਹਾ। ਮੈਂ ਕਿਹਾ ਕਾਹਦੀ? ਕਹਿੰਦਾ ਸਮੁੰਦਰ ਵਿੱਚ ਜਿੰਨੇ ਜਾਨਵਰ ਨੇ ਮੈਂ ਉਹਨਾਂ ਦੀ ਖੋਜ ਕਰਨੀ ਤੇ ਮੈਂ PhD ਲੈਣੀ ਹੈ। ਮੈਂ ਸਵੇਰ ਨੂੰ ਬੇਨਤੀ ਕੀਤੀ ਵੀ ਗੁਰਮੁਖਾ ਗੁਰੂ ਤੇਰੇ ਤੇ ਕਿਰਪਾ ਕਰੇ, ਤੂੰ ਪੜ੍ਹਿਆ ਲਿਖਿਆ। ਮੈਂ ਕਿਹਾ ਸਮੁੰਦਰ ਦੇ ਜੀਵਾਂ ਤੇ ਤੂੰ PhD ਕਰ ਲੇਗਾ, ਲੇਕਿਨ ਕਿਤੇ ਆਪਣੇ ਅੰਦਰ ਦੀ PhD ਵੀ ਕਰ। ਅੰਦਰ ਕੀ ਹੈ? ਅਸੀਂ ਸਾਰੀ ਦੀ ਸਾਰੀ ਜਿਹੜੀ એનર્ਜੀ ਹੈ ਨਾ, ਉਹ ਬਾਹਰ ਲਾ ਦਿੱਤੀ ਹੈ। ਤੇ ਪਾਵੋ ਜੀਨ ਬੁਝ ਚੰਗਾ RAM। ਜਿਹੜਾ ਇਹਨੂੰ ਆਪਾਂ ਕਹਿੰਦੇ ਪੋਜ਼ਿਟਿਵ ਪੱਖ, ਉਸਾਰੂ ਪੱਖ, ਪੰਜਾਬੀ 'ਚ ਉਸਾਰੂ। ਜਿਹੜਾ ਚੰਗਾ ਜਾਣਨਾ ਹੈ, ਚੰਗੀ ਸੋਚ ਹੈ, ਇਹ ਭਾਈ ਗੁਰਮੁਖਾ ਕਾਠੀ ਪਾਉਣਾ ਕਰ। ਚੜ ਲੰਗਾ ਜੀ ਬਿਖਮ ਭੁਇੰਗਾ RAM। ਭਿਅੰਗਾ ਦਾ ਭਾਵ ਹੁੰਦਾ ਜਿਹਨੂੰ ਆਪਾਂ ਟੇਢਾ ਰਸਤਾ ਕਹਿੰਦੇ ਆ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਜਿਗ ਜੈਗ। ਜਿਹੜਾ ਇਹ ਰਸਤਾ ਨਾ,
ਇਹ ਬੜਾ ਕਠਿਨ ਹੈ, ਬੜਾ ਟੇਢਾ ਹੈ। ਚੜ ਲੰਘਾ ਜੀ ਵੇਖਮ ਭੁਯੰਗਾ ਰਾਮ, ਬੜਾ ਕਠਿਨ ਤੇ ਵਿੰਗਾ ਟੇਢਾ ਰਸਤਾ ਹੈ। ਵੇਖਮ ਭੁਯੰਗਾ ਅਨੰਤ ਤਰੰਗਾ। ਪਾਤਸ਼ਾਹ ਕਿਰਪਾ ਕਰੋ, ਸਮਝ ਨਹੀਂ ਲੱਗੀ ਵੀ ਤੁਸੀਂ ਇਹ ਕਿਹਾ ਦਿੱਤਾ ਹੈ, ਕਹਿ ਦਿੱਤਾ ਹੈ ਵੇਖਮ ਭੁਯੰਗਾ, ਕਿਰਪਾ ਕਰਕੇ ਸਮਝਾਓ। ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਲਿਆ ਤੈਨੂੰ ਤਾਂ ਕਿਹਾ, ਇਹਦੇ 'ਚ ਕਈ ਤਰ੍ਹਾਂ ਦੀਆਂ ਲਹਿਰਾਂ ਆਉਂਦੀਆਂ ਹਨ। ਅੰਤਰੰਗਾ ਆਪਾਂ ਬੈਠੇ ਆ ਨਾ, ਤੇ ਸਾਡੇ ਬੈਠਿਆਂ ਬੈਠਿਆਂ ਗੁਰਮੁਖੋਂ ਕਈ ਤਰ੍ਹਾਂ ਦੀਆਂ ਤਰੰਗਾਂ ਆਉਂਦੀਆਂ, ਤੇ ਗੁਰਮੁਖਾਂ ਵਿਦਵਾਨ ਪੁਰਸ਼ਾਂ ਨੇ ਇਹਦੀਆਂ 5 ਤਰ੍ਹਾਂ ਦੀਆਂ ਲਹਿਰਾਂ ਦਾ ਜ਼ਿਕਰ ਕੀਤਾ। ਇਹ ਸਾਰੇ ਜਣੇ ਆਪਣੇ ਅੰਦਰ ਵੇਖਿਆ ਜੇ ਵੀ ਆਉਂਦੀਆਂ ਕਿ ਨਹੀਂ ਆਉਂਦੀਆਂ। ਉਹਨਾਂ ਤਰੰਗਾਂ ਦਾ ਉਹਨਾਂ ਨਾਂ ਦਿੱਤਾ ਹੈ ਬਿਰਤੀਆਂ। ਪ੍ਰਮਾਣ ਬਿਰਤੀ, ਪਰਮੇਯ ਬਿਰਤੀ, ਵਪਰਜੇ ਬਿਰਤੀ। ਸਾਹਮਣੇ ਜਿਹੜੀ ਚੀਜ਼ ਹੈ ਨਾ, ਆਪਾਂ ਉਹਦੇ ਵਿੱਚ ਰੁੱਝੇ ਹੁੰਦੇ ਆ, ਉਹਨੂੰ ਕਹਿੰਦੇ ਨੇ ਪ੍ਰਮਾਣ ਬਿਰਤੀ। ਪਰਮੇਯ ਤੋਂ ਭਾਵ ਹੁੰਦਾ ਵੀ ਜਿਹੜਾ ਆਪਾਂ ਵੇਖ ਲਿਆ, ਆਪਾਂ ਉਹਨੂੰ ਜੈਸ ਕਰਕੇ ਹਾਂ ਕਰਕੇ ਨਹੀਂ ਮੰਨਣਾ, ਉਹਨੂੰ ਪੁੱਠਾ ਸੁੱਟਣਾ ਉਹਦੇ ਬਾਰੇ। ਵਪਰਜੇ ਤੋਂ ਭਾਵ ਹੁੰਦਾ ਹੈ ਆਤਮਾ ਦੇ ਮਨ ਤੇ ਬੁੱਧੀ ਦਾ ਮਿਲਾਪ ਹੋ ਕਰਕੇ ਉਹਦੇ ਵਿੱਚ ਉਲਝ ਜਾਣਾ। ਤੇ ਚੌਥਾ, ਆਪਾਂ ਗੁਰੂ ਕੇ ਚਰਨਾਂ 'ਚ ਬੈਠੇ ਹਾਂ ਤੇ ਸਾਨੂੰ ਨੀਂਦ ਆ ਜਾਂਦੀ, ਝੋਕ ਲੱਗ ਜਾਂਦੀ ਹੈ। ਪੰਜਵੀਂ ਉਹਨਾਂ ਗੁਰਮੁਖਾਂ ਨੇ ਜ਼ਿਕਰ ਕੀਤਾ ਵੀ ਆਪਾਂ ਬੈਠੇ ਹਾਂ, ਜਾਗਦੇ ਵੀ ਹਾਂ, ਸੁਚੇਤ ਵੀ ਹਾਂ, ਇਸ਼ਨਾਨ ਪਾਨ ਕੀਤਾ, ਬਿਲਕੁਲ ਸਰੀਰ ਤੰਦਰੁਸਤ ਹੈ, ਤੇ ਉਹਦਾ ਨਾਮ ਹੈ ਸਿਮਰਤੀ। ਅਸੀਂ ਨਿੱਕੇ ਹੁੰਦੇ ਆ ਕਰਦੇ ਸਾਂ, ਸਾਡੀ ਗਲੀ ਵਿੱਚ ਫਲਾਣਾ ਰਹਿੰਦਾ ਸੀ, ਭਾਵ ਸਾਡੀਆਂ ਯਾਦਾਂ ਸਾਨੂੰ ਉੱਥੇ ਰਹਿਣ ਨਹੀਂ ਦਿੰਦੀਆਂ, ਨੂੰ ਸਿਮਰਤੀ ਕਹਿੰਦੇ ਹਨ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਅਨੇਕਾਂ ਤਰ੍ਹਾਂ ਦੀਆਂ ਲਹਿਰਾਂ ਤੇਰੇ ਅੰਦਰ ਆਉਣ ਕਰਕੇ ਤੈਨੂੰ ਤਾਂ ਕਿਹਾ ਵੀ ਇਹ ਰਸਤਾ ਬੜਾ ਵਿੰਗਾ ਟੇਢਾ ਹੈ। ਗੁਰਮੁਖ ਪਾਰ ਲੰਘਾਏ। ਜੇ ਕਿਤੇ ਗੁਰੂ ਵਾਲੇ ਪਾਸੇ ਵੱਲ ਮੂੰਹ ਕਰ ਲੈਣਾ ਤੇ ਗੁਰਮੁਖਾ ਗੁਰੂ ਕਿਰਪਾ ਕਰਕੇ ਤੈਨੂੰ ਅੱਗੇ ਬੰਨੇ ਲਾ ਦੇਗਾ। ਹਰ ਬੋਹਿਤ ਚੜ ਵਡ ਭਾਗੀ ਲੰਘੈ। ਇਹ ਠੀਕ ਹੈ ਵੀ ਗੁਰਮੁਖੋ ਨਿੱਕਾ ਜਿਹਾ ਕੁਨਾਲਾ ਹੋਵੇ ਤੇ ਆਪਾਂ ਘੋੜੀ ਤੇ ਚੜ ਜਾਾਂਗੇ, ਪਰ ਕਈ ਵਾਰ ਬੜੇ ਲੰਮੇ ਚੌੜੇ ਦਰਿਆ ਹੁੰਦੇ ਨੇ, ਉੱਥੋਂ ਅਗਲੇ ਕੰਢੇ ਤੱਕ ਘੋੜੀ ਵੀ ਨਹੀਂ ਜਾ ਸਕਦੀ। ਔਰ ਕਈ ਵਾਰ ਉਹ ਘੋੜੀ ਉਸ ਬੇੜੇ ਤੇ ਚੜਾਉਣੀ ਪੈਂਦੀ ਹੈ, ਬੇੜੇ ਤੇ। ਇਸੇ ਪ੍ਰਕਾਰ ਇੱਥੇ ਪਾਤਸ਼ਾਹ ਕਹਿੰਦੇ ਹਰ ਬੋਏ ਤੇ ਚੜ ਵਡ ਭਾਗੀ ਲੰਘੇ। ਜਿਹੜਾ ਵਾਹਿਗੁਰੂ ਇਹ ਗੁਰਮੁਖਾ ਜਹਾਜ਼ ਵਰਗਾ ਹੈ। ਅਸੀਂ ਆਮ ਕਰਕੇ ਅਰਦਾਸ ਤੋਂ ਬਾਅਦ ਕਈ ਗੁਰਮੁਖ ਪਿਆਰੇ ਦੋਹਰਾ ਵੀ ਪੜ੍ਹਦੇ ਨੇ। ਇਹ ਸੰਤ ਗਿਆਨੀ ਬਚਨ ਸਿੰਘ ਖਾਲਸਾ ਨੇ ਗ੍ਰੰਥ ਲਿਖਿਆ, ਉਹਦਾ ਨਾਮ ਗੁਰਮੁਖ ਪ੍ਰਕਾਸ਼। ਉਹਦੇ 'ਚ ਉਹਨੇ ਲਿਖਣਾ ਕੀਤਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਉਤਰੇ ਪਾਰ, ਪਰ ਜਹਾਜ਼ ਤੇ ਚੜ੍ਹਨ ਲਈ ਗੁਰਮੁਖਾ ਟਿਕਟ ਚਾਹੀਦੀ। ਜੇ ਟਿਕਟ ਨਾ ਹੋਈ ਤੇ ਕੌਣ ਲੰਘਾਏਗਾ? ਟਿਕਟ ਕਿਹੜੀ ਹੈ? ਜੋ ਸ਼ਰਧਾ ਕਰਸੇਮ ਦੇ ਗੁਰੂ ਪਾਰ ਉਤਾਰਨਹਾਰ। ਜਿਹੜਾ ਸ਼ਰਧਾ ਵਿਸ਼ਵਾਸ ਹੈ ਨਾ, ਇਹ ਗੁਰਮੁਖਾ ਟਿਕਟ ਲੈਣਾ ਕਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਹਰ ਬੋਹਿ ਤੇ ਚੜ ਵਡ ਭਾਗੀ ਲੰਘੇ। ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹ ਪਰਿਪੂਰਨ ਪ੍ਰਮਾਤਮਾ ਦੇ ਨਾਮ ਰੂਪੀ ਜਹਾਜ਼ ਤੇ ਚੜ੍ਹ ਕੇ ਲੰਘ ਗਏ। ਗੁਰ ਖੇਵਟ ਸ਼ਬਦ ਤਰਾਏ। ਪਰ ਪਿਆਰੋ ਬੇੜੀ ਵੀ ਆਪਣੇ ਆਪ ਨਹੀਂ ਨਾ ਚੱਲਦੀ, ਉਹਦੇ ਤੇ ਮਲਾਹ ਹੋਣਾ ਚਾਹੀਦਾ ਹੈ। ਤੇ ਮਲਾਹ ਬੇੜੀ ਨੂੰ ਸੱਜੇ ਖੱਬੇ ਮੋੜਦਾ, ਸਾਨੂੰ ਮੋੜਨ ਦੀ ਜਾਚ ਨਹੀਂ ਆਉਂਦੀ। ਜੇ 2-4 ਮਿੰਟ ਵੱਧ ਲੱਗੇ ਤੇ ਮੈਨੂੰ ਮਾਫੀ ਦੇਣੀ, ਕਿਉਂਕਿ ਸ਼ਬਦ ਡਮੇਰਾ ਹੈ। ਖੇਵਟ ਤੋਂ ਸਾਡੇ ਇਤਿਹਾਸ ਦੀ ਘਟਨਾ ਮੇਰੇ ਸਾਹਮਣੇ ਆ ਗਈ। ਪੌਂਟਾ ਸਾਹਿਬ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੁਭਾਏ ਮਾਨ ਨੇ, ਸੈਦੇ ਮਲਾਹ ਨੇ ਬੇਨਤੀ ਕੀਤੀ, ਮਹਾਰਾਜ ਕਿਤੇ ਗਰੀਬਾਂ ਦੀ ਬੇੜੀ ਤੇ ਵੀ ਚਰਨ ਪਾ। ਅਰਦਾਸ ਪਹੁੰਚੀ, ਬਾਜਾਂ ਵਾਲਾ ਬਾਪੂ ਆਇਆ, ਉਹਦੀ ਬੇੜੀ 'ਚ ਬਹਿ ਗਿਆ। ਕਈਆਂ ਨੇ ਕਹਿਣਾ ਗਿਆਨੀ ਤੁਸੀਂ ਕਹਿਣਾ ਸੀ ਬਹਿ ਗਏ। ਇਹਦਾ ਮੈਂ ਕਈ ਵਾਰ ਸਪਸ਼ਟੀਕਰਨ ਗੁਰਮੁਖੋ ਆਪ ਨੂੰ ਦਿੱਤਾ ਹੈ। ਗਏ ਤੋਂ ਭਾਵ ਹੁੰਦਾ ਬਹੁਤੇ,
ਲੇਕਿਨ ਕਲਗੀਧਰ ਪਾਤਸ਼ਾਹ ਵਰਗਾ ਹੋਰ ਕੋਈ ਹੈ ਹੀ ਨਹੀਂ। ਮੈਂ ਤਾਂ ਇੱਕ ਵਚਨ ਕਿਹਾ ਜੇ, ਵਾ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹਦੇ ਵਰਗਾ ਨਾ ਕੋ ਹੋਇਆ ਤੇ ਨਾ ਕੋ ਹੋਣਾ। ਸਾਡਾ ਬੱਚਾ ਤਾਂ 2 ਘੰਟੇ ਬਾਜ਼ਾਰੋਂ ਨਾ ਆਵੇ ਤੇ ਭੁੱਬਾਂ ਨਿਕਲ ਜਾਂਦੀਆਂ ਨੇ। ਉਹ ਪੁੱਤਰਾਂ ਦੇ ਸਰੀਰ ਦੀ ਕੋਲ ਦੀ ਲੰਘ ਗਿਆ ਤੇ ਕਹਿੰਦਾ ਯਾਰ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਉਹਦੇ ਵਰਗਾ ਉਹ ਹੀ ਹੈ। ਬੇੜੀ ਤੇ ਬਹਿ ਕੇ ਮੇਰੇ ਸਤਿਗੁਰੂ ਕੰਢੇ ਤੇ ਲਿਜਾ ਕੇ ਸਜਦਾ ਮਲਾ ਬੇੜੀ ਨੂੰ ਸੱਜੇ ਖੱਬੇ ਫੇਰ ਕਰ ਲੈਂਦਾ। ਤੇ ਗੁਰਦੇਵ ਕਹਿੰਦੇ ਸਜਦਿਆ ਚੱਕਰ ਕੀ ਭਲਿਆ, ਬਨੇ ਕਿਉਂ ਨੀ ਲਾਉਂਦਾ? ਕਹਿਣ ਲੱਗਾ ਜੀ ਬਨੇ ਤਾਂ ਹੀ ਨਾ, ਤੁਸੀਂ ਕਹਿੰਦੇ ਚੱਕਰ, ਮੈਂ ਤਾਂ ਚੱਕਰਾਂ ਚੋਂ ਨਿਕਲ ਨਹੀਂ ਬੰਨੇ ਨਹੀਂ ਲਾਉਂਦਾ, ਕਿਉਂਕਿ ਤੇਰੇ ਦੀਦਾਰ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਲੈ ਜਾਂਦੀ। ਮੈਂ ਸਿੱਖਾਂ ਦੇ ਕੋਲੋਂ ਸੁਣਿਆ ਸੀ, ਤੂੰ ਦ੍ਰਿਸ਼ੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ, ਬੰਨੇ ਲਾ ਦੇ ਸਜਦਿਆ ਲੈ ਗਈ। ਜਦੋਂ ਕੰਢੇ ਤੇ ਗਏ ਨਾ, ਇਹ ਜਿਹੜਾ ਮਨ 'ਚ ਵੇਖਿਆ ਜੀ ਆਪਾਂ ਵਪਾਰੀ ਨੂੰ ਸਾਡੀ ਗੱਲ ਕਿਉਂ ਨਹੀਂ ਬਣਦੀ? ਆਪਾਂ ਵਪਾਰੀ ਹਾਂ, ਵਪਾਰੀ ਆਹ ਦੇਣਾ ਤੇ ਆਹ ਲੈਣਾ। ਗੁਰੂ ਪਿਆਰ ਨਾਲ ਖੁਸ਼ ਹੁੰਦਾ ਜੇ। ਕਲਗੀਧਰ ਬਾਪੂ ਨੇ ਜੇਬ 'ਚ ਹੱਥ ਪਾਇਆ ਤੇ ਸਜਦੇ ਦੀ ਅੱਖਾਂ 'ਚ ਗਲੇਡੂ ਆ ਗਏ। ਕਹਿਣ ਲੱਗੇ ਸਜਦਿਆ ਅੱਖਾਂ 'ਚ ਗਲੇਡੂ ਵਰਾਗ? ਕਹਿੰਦਾ ਜੀ ਮੈਂ ਸੁਣਿਆ ਸੀ ਤੂੰ ਗਰੀਬ ਨਵਾਜ ਹੈ, ਮੈਨੂੰ ਸ਼ੱਕ ਪੈਣ ਲੱਗਾ ਵੀ ਤੂੰ ਧੱਕਾ ਨਾ ਕਰੀ। ਸਜਦਿਆ ਧੱਕਾ ਕਾਹਦਾ? ਕਹਿੰਦਾ ਮੇਰੀ ਬੇਬੇ ਕਹਿੰਦੀ ਸੀ ਪੁੱਤਰ ਭਾਈ ਚਰਨ ਬਣਾ ਕੇ ਰੱਖੀ ਦੀ ਹੈ ਤੇ ਆਪਾਂ ਦੋਵੇਂ ਮਲਾਹ, ਤੂੰ ਵੀ ਮਲਾਹ ਤੇ ਮੈਂ ਵੀ ਮਲਾਹ। ਮੈਂ ਦੁਨਿਆਵੀ ਛੋਟਾ ਮਲਾਹ ਹਾਂ, ਤੂੰ ਤਾਂ 4 ਪੈਸੇ ਦੇ ਕੇ ਮੈਨੂੰ ਲੰਘ ਜਾਏਗਾ, ਪਰ ਜਿੱਦਣ ਮੈਂ ਤੇਰੇ ਘਾਟ ਤੇ ਆ ਮੇਰੇ ਕੋਲ ਦੇਣ ਨੂੰ ਕੱਖ ਨਹੀਂ, ਹੋ ਮੈਂ ਕੀ ਦਿਆਂਗਾ? ਮੈਂ ਇੱਕੋ ਇੱਕ ਤੇਰੇ ਚਰਨਾਂ ਵਿੱਚ ਸਿਰ ਆ ਕੇ ਬੇਨਤੀ ਕਰਦਾ ਵੀ ਜਿਵੇਂ ਮੈਂ ਤੈਨੂੰ ਲੰਘਾਇਆ ਨਾ, ਮੈਂ ਤੇਰੇ ਬੇੜੇ ਤੇ ਬਹਿਣਾ। ਮੈਥੋਂ ਫੀਸ ਨਾ ਮੰਗੀ, ਮੈਥੋਂ ਦਿੱਤੀ ਨਹੀਂ ਜਾਣੀ। ਉਹ ਤੇ ਇਤਿਹਾਸ ਦੇ ਪੰਨਿਆਂ 'ਚ ਲਿਖਿਆ, ਮੇਰੇ ਪਾਤਸ਼ਾਹ ਕਹਿੰਦੇ ਸਜਦਿਆ ਤੂੰ ਮੇਰੇ 21 ਸਿੱਖਾਂ ਨੂੰ ਲੰਘਾਇਆ ਤੇ ਮੈਂ ਤੇਰੀਆਂ 21 ਕੁਲਾਂ ਤਾਰ ਦਿਆਂਗਾ। ਗੁਰੂ ਇਹੋ ਜਿਹਾ ਜੇ, ਗੁਰੂ ਨੂੰ ਤਾਂ ਖੇਵਟ ਕਹਿੰਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਜਿਹੜਾ ਗੁਰੂ ਹੈ ਨਾ, ਇਹ ਮਲਾਹ ਵਰਗਾ ਹੈ, ਔਰ ਗੁਰੂ ਦਾ ਉਪਦੇਸ਼ ਲੈ ਕਰਕੇ, ਗੁਰੂ ਉਪਦੇਸ਼ ਦੇ ਕਰਕੇ ਸਾਨੂੰ ਸੰਸਾਰ ਤੋਂ ਬੰਨੇ ਕਰ ਦਿੰਦਾ, ਕਰ ਦੇਵੇਗਾ। ਆਨ ਦਿਨ ਹਰ ਰੰਗ ਹਰ ਗੁਣ ਗਾਵੇ। ਆਪਾਂ ਤਾਂ ਗੁਰਮੁਖੋ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਥੱਕ ਜਾਂਦੇ ਆ। ਅੱਜ ਇੰਨੇ ਘੰਟੇ ਨਿਤਨੇਮ ਕੀਤਾ। ਗੁਰਦੇਵ ਕਹਿੰਦੇ ਨਾ ਪਿਆਰਿਆ, ਦਿਨੇ ਰਾਤ ਆਨ ਕਹਿੰਦੇ ਨੇ, ਰਾਤ ਨੂੰ ਦਿਨ ਕਹਿੰਦੇ ਨੇ, ਦਿਨ ਨੂੰ ਨਾ ਦਿਨ ਵੇਖ ਨਾ ਰਾਤ ਵੇਖ। ਗੁਰਮੁਖੋ ਕੋਈ ਚੰਗਾ ਪਕਵਾਨ ਪਿਆ ਹੋਵੇ ਤੇ ਆਪਾਂ ਕਦੇ ਆਖਿਆ ਵੀ ਸਵੇਰੇ ਖਾਵਾਂਗੇ? ਆਪਾਂ ਕਹਿੰਦੇ ਵੀ ਭੈਣ ਜੀ ਮਾੜਾ ਜਿਹਾ 2 ਚਮਚੇ ਪਾ ਦਿਓ। ਜੇ ਖਾਣ ਤੇ ਸੌਣ ਵਾਸਤੇ ਟਾਈਮ ਨਹੀਂ ਤੇ ਰੱਬ ਦੇ ਨਾਮ ਵਾਸਤੇ ਟਾਈਮ ਕਿਉਂ? ਆਪਾਂ ਕਹਿੰਦੇ ਸਵੇਰੇ ਆ ਪੜਾਂਗੇ। ਗੁਰਮੁਖੋ ਇਹ ਸਾਡੇ ਵੱਸ ਦੀ ਬਾਤ ਨਹੀਂ ਪਿਆਰਿਓ। ਪਤਾ ਨਹੀਂ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ, ਇਹ ਆਪਾਂ ਨੂੰ ਨਹੀਂ ਜੇ ਪਤਾ। ਹਮ ਆਦਮੀ ਹਾਂ ਇੱਕਦਮੀ, ਮੋਤ ਨਾ ਜਾਣਾ। ਦਮ ਆ ਗਿਆ ਤੇ ਆਦਮੀ, ਜੇ ਨਾ ਆਇਆ ਤੇ ਕੁਝ ਵੀ ਨਹੀਂ। ਇਹ ਚੇਤੇ ਰੱਖਿਆ ਕਰੋ, ਇਹ ਤਨ ਢੇਰੀ ਥੀਸੀ। ਸਾਡਾ ਸਰੀਰ ਕਿੰਨਾ ਭਾਰਾ ਤੇ ਕਿੰਨਾ ਲੰਮਾ ਚੌੜਾ ਹੈ, ਪਰ ਆਪਾਂ ਨਿੱਕੀ ਜਿਹੀ ਗੁਥਲੀ 'ਚ ਸਾਨੂੰ ਪਰਿਵਾਰ ਦੇ ਮੈਂਬਰਾਂ ਨੇ ਬੰਨ੍ਹ ਕੇ ਤੇ ਪਤਾ ਨਹੀਂ ਕਿੱਥੇ ਰੋੜ ਆਉਣਾ। ਇਹ ਗੱਲ ਚੇਤੇ ਰੱਖੀਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ, ਦਿਨੇ ਰਾਤ ਉਸ ਪਰੀ ਪਰਮਾਤਮਾ ਨੂੰ ਪ੍ਰੇਮ ਕਰਕੇ ਉਹਦੇ ਗੁਣ ਗਾਉਣਾ ਕਰ। ਹਰ ਰੰਗੀ ਹਰ ਰੰਗਾ। ਇਸ ਪ੍ਰਕਾਰ ਉਹਦੇ ਗੁਣ ਗਾਉਣ ਕਰਕੇ ਤੈਨੂੰ ਪ੍ਰਮਾਤਮਾ ਦੀ ਰਹਿਮਤ ਦਾ ਰੰਗ ਚੜ੍ਹ ਜਾਏਗਾ। ਤੂੰ ਕਰਤਾ, ਤੂੰ ਹੁਆ ਵਾਲੀ ਅਵਸਥਾ ਬਣ ਜਾਵੇਗੀ। ਜਨ ਨਾਨਕ ਨਿਰਵਾਣ ਪਦ ਪਾਇਆ। ਜਦੋਂ ਆਪਾਂ ਦਾਸਾ ਭਾਵ ਧਾਰ ਲਿਆ ਨਾ, ਤੇ ਨਿਰਵਾਣ ਤੋਂ ਭਾਵ ਹੁੰਦਾ ਵੀ ਦੁਨੀਆ ਦੀ ਬਾਣ ਕਹਿੰਦੇ ਨੇ ਆਦਤਾਂ ਨੂੰ। ਮੇਰਾ ਸੁਭਾਅ ਮੈਂ ਆਹ ਕੰਮ ਕਰਦਾ ਹਾਂ, ਤੁਹਾਡਾ ਸੁਭਾਅ ਤੁਸੀਂ ਆਹ ਕੰਮ ਕਰਦੇ ਹੋ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਜਿਨ੍ਹਾਂ ਨੇ ਦਾਸਾ ਭਾਵ ਧਾਰ ਲਿਆ ਨਾ,
ਉਹ ਦੁਨੀਆ ਦੇ ਆਦਤਾਂ ਸੁਭਾਵਾਂ ਤੋਂ ਉੱਪਰ ਉੱਠ ਗਏ। ਹਰ ਉਤਮ ਹਰ ਪਦ ਚੰਗਾ। ਗੁਰਮੁਖਾ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੀ ਸਾਰਿਆਂ ਤੋਂ ਉੱਚੀ ਪਦਵੀ ਹੈ। ਘੜਿਆਲ ਮੁਖੇ ਗੁਰ ਗਿਆਨ ਦਿਰੜਾਇਆ RAM। ਜਿਹੜੀਆਂ ਘੋੜੀਆਂ ਖਰਾਬ ਕਰਦੀਆਂ ਨੇ ਨਾ, ਉਹਨਾਂ ਨੂੰ ਘੋੜੀਆਂ ਵਾਲੇ ਵੀਰ ਇੱਕ ਲਗਾਮ ਪਾਉਂਦੇ ਨੇ, ਉਹਨੂੰ ਕਹਿੰਦੇ ਨੇ ਕੰਡਿਆਲੀ ਲਗਾਮ। ਇੱਥੇ ਸਤਿਗੁਰੂ ਪਾਤਸ਼ਾਹ ਨੇ ਕੰਡਿਆਲੀ ਲਗਾਮ ਨੂੰ ਕੜਿਆਲ ਕਿਹਾ। ਕੜਿਆਲ ਮੁਖੇ ਗੁਰ ਗਿਆਨ ਦਿਰੜਾਇਆ RAM। ਇਸ ਜੀਵ ਆਤਮਾ ਦੇ ਮੂੰਹ ਦੇ ਵਿੱਚ ਮੂੰਹ ਕਿਹੜਾ ਅੰਤਿਸ਼ਕਰਨ, ਉਹਦੇ ਵਿੱਚ ਕੰਡਿਆਲੀ ਤਾਰ ਕਿਹੜੀ ਚਾੜਨੀ ਹੈ, ਜਿਹੜਾ ਪਰਿਪੂਰਨ ਪਰਮਾਤਮਾ ਦੇ ਗਿਆਨ ਨੂੰ ਦ੍ਰਿੜ ਕਰਨਾ ਹੈ, ਪਰਪੱਕ ਕਰਨਾ ਹੈ, ਧਾਰਨਾ ਹੈ, ਜਿਹਨੂੰ ਆਮ ਬੋਲੀ 'ਚ ਆਪਾਂ ਕਹਿੰਦੇ ਪ੍ਰੈਕਟੀਕਲ ਲਾਈਫ। ਆਪਾਂ ਕਹੀ ਤਾਂ ਜਾਂਦੇ ਹਾਂ, ਲੇਕਿਨ ਆਪ ਨਹੀਂ ਕਰਦੇ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਭਰੇ। ਦੂਜਿਆਂ ਨੂੰ ਕਹਿਣ ਦੀ ਬਜਾਏ ਸਵੈ ਪੜਚੋਲ ਕਰਨਾ ਕਰ, ਆਪਣੇ ਆਪ ਨੂੰ ਅੰਦਰੋਂ ਵੇਖਣਾ ਕਰਕੇ ਮੈਂ ਕੀ ਹਾਂ। ਤਨ ਪ੍ਰੇਮ ਹਰ ਚਾਬਕ ਲਾਇਆ RAM। ਫਿਰ ਉਹ ਵੀਰ ਪਿਆਰੇ ਘੋੜੀਆਂ ਵਾਲੇ, ਉਹਨਾਂ ਨੇ ਇੱਕ ਨਿੱਕੀ ਜਿਹੀ ਸ਼ਮਕ ਰੱਖੀ ਹੁੰਦੀ, ਉਹਨੂੰ ਘੋੜੀ ਨੂੰ ਮਾੜੀ ਮਾੜੀ ਮਾਰਦੇ ਤਾਂ ਕਿ ਉਹ ਘੋੜੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਏ। ਇਸੇ ਪ੍ਰਕਾਰ ਇਸ ਦੇਹ ਰੂਪੀ ਘੋੜੀ ਨੂੰ ਸ਼ਮਕ ਕਿਹੜੀ ਮਾਰਨੀ ਹੈ? ਪ੍ਰੇਮ ਚਾਬਕ। ਚਾਬਕ ਨਾਮ ਹੈ ਸੋਟੀ ਦਾ। ਜਿਹੜਾ ਮੈਂ ਤੋਂ ਪਰਾਂ ਹੋਣਾ ਨਾ, ਗੁਰਮੁਖੋ ਆਪਾਂ ਜਿੰਨੇ ਵੀ ਕੰਮ ਕਰਦੇ ਹਾਂ ਆਪਾਂ ਮੈਂ ਕਰਕੇ ਕਰਦੇ ਹਾਂ। ਮੈਨੂੰ ਮਾਫੀ ਦੇਣੀ, ਮੈਂ ਇੰਨੇ ਵਜੇ ਆਉਣਾ। ਗਿਆਨੀ ਜੀ ਇੰਨੇ ਸਾਲ ਮੈਨੂੰ ਹੋ ਗਏ, ਮੈਂ ਕਦੇ ਗੁਰਦੁਆਰੇ ਨਾਗਾ ਨਹੀਂ ਪਾਇਆ। ਭਰਿਆ ਗੁਰੂ ਤੇਰੇ ਤੇ ਮਿਹਰ ਕਰੇ ਨਾਗਾ ਨਾ ਪੈ, ਲੇਕਿਨ ਤੂੰ ਨਹੀਂ ਆਇਆ, ਤੈਨੂੰ ਗੁਰੂ ਲੈ ਕੇ ਆਇਆ ਹੀ। ਜਿਸ ਸਰੀਰ ਨੇ ਸਾਥ ਨਾ ਦਿੱਤਾ ਉਹ ਦਿਨ ਕਿਵੇਂ ਆਏਗਾ? ਇਹ ਗੁਰੂ ਨੇ ਤਰਸ ਕੀਤਾ, ਸਾਨੂੰ ਲੈ ਕੇ ਆ। ਇਸ ਕਰਕੇ ਇਹ ਆਖੇ ਵੀ ਭਾਈ ਸਾਹਿਬ ਮੈਨੂੰ ਇੰਨੇ ਸਾਲ ਹੋ ਗਏ ਨੇ, ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਮੈਨੂੰ ਆਪਣੇ ਦਰਬਾਰ ਵਿੱਚ ਲਈ ਆਉਂਦੇ ਨੇ। ਆਪਾਂ ਕਹਿੰਦੇ ਮੈਂ ਆਉਂਦਾ, ਮੈਂ ਆਇਆ, ਮੈਂ ਕੀਤਾ, ਜਾਂ ਮੈਂ ਕਰਦਾ ਹਾਂ। ਹਜ਼ੂਰ ਕਹਿੰਦੇ ਮੈਂ ਤੋਂ ਪੜ੍ਹਾਉਣਾ। ਇਹ ਗੁਰਮੁਖੋ ਉਹਨੂੰ ਸੋਟੀ ਮਾਰਨੀ ਹੈ, ਛਟੀ ਮਾਰਨੀ ਹੈ। ਤਨ ਪ੍ਰੇਮ ਹਰ ਹਰ ਲਾਏ ਚਾਬਕ। ਮਨ ਜਿਨੈ ਗੁਰਮੁਖ ਜੀਤਿਆ। ਜਿਹੜਾ ਭਾਈ ਮਨ ਨੂੰ ਜਿੱਤਣਾ ਨਾ, ਇਹ ਸਾਰਿਆਂ ਤੋਂ ਵੱਡਾ ਕਰਮ ਹੈ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਮਨ ਜੀਤੇ ਜਗ ਜੀਤ। ਤਕਰੀਬਨ 2100 ਵਰ੍ਹਾ ਪਹਿਲਾਂ ਇੱਕ ਰਾਜਾ ਭਰਥਰੀ ਹੋਇਆ ਉਜੈਨ ਦਾ। ਉਹਨੇ ਗ੍ਰੰਥ ਲਿਖਿਆ ਵਿਰਾਗ ਸ਼ਤਕ। ਉਹਦੇ 'ਚ ਉਸ ਵੀਰ ਨੇ ਪੰਕਤੀਆਂ ਲਿਖੇ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਇਹਦਾ ਅਰਥ ਹੈ ਵੀ ਜੇ ਮਨ ਰੂਪੀ ਦੁਸ਼ਮਣ ਜਿਉਂਦਾ ਨਾ, ਤੇ ਸਾਰੇ ਦੁਸ਼ਮਣ ਜਿੰਦਾ ਨੇ। ਜੇ ਮਨ ਰੂਪੀ ਵੈਰੀ ਗੁਰਮੁਖਾ ਤੇਰੇ ਕੋਲ ਜਿੱਤਿਆ ਗਿਆ, ਤੇ ਸਾਰੇ ਦੁਸ਼ਮਣ ਤੇਰੀ ਜਿੱਤੇ ਗਏ। ਰਿਪ ਕਹਿੰਦੇ ਨੇ ਦੁਸ਼ਮਣ ਨੂੰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਪਿਆਰਿਆ ਜਿਹੜਾ ਇਸ ਮਨ ਨੂੰ ਕਾਬੂ ਕਰਨਾ ਨਾ, ਇਹ ਕਾਬੂ ਕਦੋਂ ਆਵੇਗਾ? ਗੁਰੂ ਦੇ ਸਨਮੁਖ ਆਉਣ ਕਰਕੇ। ਘੜੋ ਕਢਾਵੈ ਸ਼ਬਦ ਪਾਵੈ। ਨਾ ਘੜਿਆ ਜਾਣ ਵਾਲਾ ਮਨ ਜਿਹੜਾ ਨਾ, ਗੁਰੂ ਦੇ ਸ਼ਬਦ ਦੀ ਪ੍ਰਾਪਤੀ ਕਰਕੇ ਘੜਿਆ ਜਾਏਗਾ। ਉਹ ਆਪਾਂ ਪੜ੍ਹਦੇ ਹਾਂ, ਗੁਰੂ ਕਾ ਪਾਵਨ ਸ਼ਬਦ ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਅਪਿਓ ਹਰ ਰਸ ਪੀਤਿਆ। ਜਿਹੜਾ ਭਾਈ ਪੀਣ ਯੋਗ ਹਰੀ ਪ੍ਰਮਾਤਮਾ ਦੇ ਨਾਮ ਦਾ ਰਸ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪੀ ਲਿਆ, ਇਹ ਨਾ ਘੜਿਆ ਜਾਣ ਵਾਲਾ ਮਨ ਘੜਿਆ ਗਿਆ। ਸੁਨ ਸ਼੍ਰਵਣ ਬਾਣੀ ਗੁਰ ਵਖਾਣੀ। ਜਿਹੜੇ ਗੁਰਮੁਖ ਪਿਆਰੇ ਆਪਾਂ ਵੇਖਦੇ ਹਾਂ ਵੀ ਆ ਘੜਦੇ ਨੇ ਭਰਾ ਕਿੱਲੇ ਜਾਂ ਹੋਰ ਚੀਜ਼ਾਂ, ਉਹ ਤੇਸੇ ਦੀ ਵਰਤੋਂ ਕਰਦੇ ਨੇ, ਆਰੀ ਦੀ ਵਰਤੋਂ ਕਰਦੇ ਹਨ। ਇਸ ਪ੍ਰਕਾਰ ਅਸੀਂ ਤੇਸਾ ਕਿਹੜਾ ਲੈਣਾ ਜਿਹਦੇ ਨਾਲ ਇਹ ਮਨ ਘੜਿਆ ਜਾਏ? ਉਹ ਹੈ ਸੁਣ ਸਰਵਣ ਬਾਣੀ ਗੁਰ ਵਖਾਣੀ। ਨਾਲ ਗੁਰਦੇਵ ਨੇ ਇਹ ਵੀ ਸੁਚੇਤ ਕੀਤਾ ਵੀ ਬਾਣੀ ਕਿਹੜੀ? ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਪਰ ਇੱਧਰ ਆਵੇਗਾ ਕੌਣ? ਜਿਨ ਕੋ ਨਦਰ ਕਰਮ ਹੋਵੈ, ਹਿਰਦੇ ਤਨਾ ਸਮਾਣੀ।
ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹਰ ਰੰਗ ਤੁਰੀ ਚੜਾਇਆ, ਜਿਹੜਾ ਪਰਿਪੂਰਨ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨਾ ਹੈ, ਇਹ ਤੁਰੀ ਨਾਂ ਵੀ ਘੋੜੀ ਦਾ ਹੈ, ਇਹ ਦੇਹ ਰੂਪੀ ਘੋੜੀ ਤੇ ਚੜਨਾ ਹੈ। ਮਹਾਮਾਰਗ ਪੰਥ ਵਿਖੜਾ, ਲੇਕਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਰਸਤਾ ਖੇਡ ਨਹੀਂ, ਇਹ ਬੜਾ ਵਿਖੜਾ ਪੈਂਦਾ, ਬੜਾ ਔਖਾ ਰਾਹ ਹੈ। ਮਾਰਗ ਕਹਿੰਦੇ ਨੇ ਰਸਤੇ ਨੂੰ, ਵਿਖੜਾ ਤੋਂ ਭਾਵ ਬੜਾ ਕਠਿਨ ਪੰਥ ਰਸਤਾ ਹੈ। ਜਨ ਨਾਨਕ ਪਾਰ ਲੰਘਾਇਆ, ਜਿਹੜੇ ਦਾਸ ਤੇ ਨਿਮਾਣੇ ਬਣ ਗਏ ਨੇ ਨਾ, ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਬਿਰਤੀ ਰੂਪੀ ਬਾਂਹ ਫੜ ਕੇ ਉਹਨੂੰ ਪਾਰ ਕਰ ਦਿੱਤਾ ਹੈ। ਪਾਰ ਕੌਣ ਹੋਏ? ਜਿਨ੍ਹਾਂ ਦੀ ਬਿਰਤੀ ਰੂਪੀ ਬਾਂਹ ਗੁਰੂ ਨੇ ਪਕੜ ਲਈ। ਘੋੜੀ ਤੇ ਜਨ ਦੇਹ RAM ਉਪਾਈਆ RAM। ਗੁਰਮੁਖਾ ਪਹਿਲਾਂ ਵੀ ਤੈਨੂੰ ਕਿਹਾ ਭਰਿਆ, ਇਹ ਜਿਹੜੀ ਦੇਹ ਰੂਪੀ ਘੋੜੀ ਹੈ ਨਾ, ਇਹ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਨੇ ਬਣਾਉਣਾ ਕੀਤੀ ਹੈ, ਇਹ ਉਹਨੇ ਸਿਰਜਣਾ ਕੀਤੀ ਹੈ। ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈਆ RAM। ਕਹਿੰਦੇ ਭਾਈ ਉਹ ਜੀਵ ਜਿਹੜਾ ਪਰਿਪੂਰਨ ਪ੍ਰਮਾਤਮਾ ਨੂੰ ਜਪਦਾ ਹੈ ਨਾ, ਤੁਖਾਈਆ ਦਾ ਭਾਵ ਹੀ ਘੋੜੀ ਹੈ। ਉਹ ਘੋੜੀ ਧਨਤਾ, ਦੇਹ ਰੂਪੀ ਘੋੜੀ ਧਨਤਾ ਦੀ ਯੋਗ ਹੈ। ਜਿਨ੍ਹਾਂ ਨੇ ਪਰਿਪੂਰਨ ਪ੍ਰਮਾਤਮਾ ਨੂੰ ਜਾਪੇ ਤੋਂ ਭਾਵ ਹੁੰਦਾ ਜਾਣਨਾ, ਜਾਪੇ ਤੋਂ ਭਾਵ ਦਾ ਅਰਥ ਹੁੰਦਾ ਪ੍ਰਤੀਤ ਹੋਣਾ। ਕੋਈ ਗੁਰਮੁਖ ਪਿਆਰਾ ਸਾਡਾ ਮਿੱਤਰ ਪਿਆਰਾ ਆ ਰਿਹਾ ਤੇ ਆਪਾਂ ਜਦੋਂ ਮਿਲਦੇ ਆਪਾਂ ਕਹਿੰਦੇ ਮੈਂ ਦੂਰੋਂ ਵੇਖਿਆ ਸੀ, ਮੈਂ ਕਿਹਾ ਮੈਨੂੰ ਫਲਾਨਾ ਸਿੰਘ ਜਾਪਦਾ ਹੈ। ਜਾਪਦਾ ਤੋਂ ਭਾਵ ਪ੍ਰਤੀਤ ਹੋਣਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਪਰਮਾਤਮਾ ਪ੍ਰਤੀਤ ਹੋਇਆ, ਜਿਨ੍ਹਾਂ ਨੇ ਉਹਦਾ ਜਾਪ ਕੀਤਾ ਹੈ, ਜਿਹੜੇ ਉਹਦੇ ਨਾਲ ਜੁੜੇ ਨੇ ਨਾ, ਉਹ ਧਨਤਾ ਦੇ ਯੋਗ ਹਨ। ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਬਾਸੈ। ਉਹ ਜੀਵ ਰੂਪੀ ਇਸਤਰੀ, ਉਹ ਜੀਵ ਧਨਤਾ ਦੀ ਯੋਗ ਹੈ। ਜਿਨ੍ਹਾਂ ਨੇ ਪਰਿਪੂਰਨ ਪ੍ਰਮਾਤਮਾ ਨੂੰ ਜਾਣਨਾ ਕੀਤਾ, ਉਹ ਸ਼ਾਬਾਸ਼ ਦੇ ਯੋਗ ਹਨ। ਸ਼ਾਬਾਸ਼ ਤੋਂ ਭਾਵ ਜਿਹਨੂੰ ਆਪਾਂ ਐਪਰੀਸ਼ੀਏਟ ਕਹਿ ਦਿੰਦੇ ਆ ਵੀ ਉਹ ਫਲਾਣਾ ਬੜਾ ਚੰਗਾ। ਜਿਵੇਂ ਆ ਪਲੇਅਰ ਸਾਡੇ ਖੇਡਦੇ ਤੇ ਲੋਕੀ ਤਾੜੀਆਂ ਮਾਰਦੇ ਹਨ, ਸ਼ਾਬਾਸ਼ ਦੇਣੀ। ਜਿਵੇਂ ਸਾਡੇ ਧੀ ਪੁੱਤਰ ਨੇ ਕੋਈ ਚੰਗਾ ਕੰਮ ਕੀਤਾ ਤੇ ਆਪਾਂ ਉਹਦਾ ਸਿਰ ਪਲੋਸਦੇ ਹਾਂ। ਇਸ ਪ੍ਰਕਾਰ ਕਹਿੰਦੇ ਉਹ ਧਨਤਾ ਦੇ ਯੋਗ ਨੇ, ਉਹ ਸ਼ਾਬਾਸ਼ ਦੇ ਯੋਗ ਨੇ, ਜਿਨ੍ਹਾਂ ਨੇ ਪਰਿਪੂਰਨ ਪ੍ਰਮਾਤਮਾ ਨੂੰ ਜਾਣ ਲਿਆ, ਸਮਝ ਲਿਆ। ਧੁਰ ਪਾਇਆ ਕਿਰਤ ਜੁੜੰਦਾ। ਪਰ ਗੁਰਮੁਖੋ ਜਿਨ੍ਹਾਂ ਦੇ ਧੁਰੋਂ ਕਰਮ ਚੰਗੇ ਹੋਣਾ, ਉਹ ਵੀ ਇਸੇ ਪਾਸੇ ਜੁੜਦੇ ਨੇ। ਉਹਦੀ ਕਿਰਪਾ ਤੋਂ ਬਿਨਾਂ ਬਾਤ ਨਹੀਂ ਜੇ ਬਣਦੀ। ਆਪਾਂ ਆਮ ਕਰਕੇ ਬਹੁ ਗਿਣਤੀ ਸਾਡੀ ਇਹ ਹੈ ਵੀ ਭਾਈ ਸਾਹਿਬ ਮੈਂ ਬੜੀ ਮਿਹਨਤ ਕੀਤੀ, ਮੇਰੇ ਬਾਪ ਕੋਲ ਮੈਨੂੰ ਕੁਝ ਨਹੀਂ ਸੀ ਮਿਲਿਆ। ਇਹ ਆਪਾਂ ਆਮ ਕਹਿ ਦਿੰਦੇ ਆ ਮੈਂ ਬੜੀ ਮਿਹਨਤ ਕੀਤੀ। ਬਾਤ ਮਿਹਨਤ ਨਾਲ ਨਹੀਂ ਜੇ ਬਣਨੀ, ਬਾਤ ਰਹਿਮਤ ਨਾਲ ਬਣਨੀ ਜੇ। ਬਾਤ ਮਿਹਨਤ ਨਾਲ ਨਹੀਂ, ਬੜੀ ਮਿਹਨਤ ਕੀਤੀ ਲਾਲ ਚੰਦ ਵਿਦਵਾਨ ਪੰਡਤ ਨੇ, ਲੇਕਿਨ ਛੱਜੂ ਝੋਰ ਨੇ ਮਿਹਨਤ ਨਹੀਂ ਕੀਤੀ। ਗੁਰੂ 8ਵੇਂ ਪਾਤਸ਼ਾਹ ਨੇ ਉਹਦੇ ਤੇ ਰਹਿਮਤ ਕੀਤੀ ਹੈ। ਪੰਡਤ ਲਾਲ ਚੰਦ ਅਜੇ ਪੰਕਤੀ ਪੜ੍ਹਦਾ ਤੇ ਛੱਜੂ ਝੋਰ ਉਹਦੇ ਪਹਿਲਾਂ ਅਰਥ ਕਰ ਦਿੰਦਾ ਹੈ। ਆਪਾਂ ਗੁਰੂ ਕੇ ਸਿੱਖ ਹਾਂ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਇੱਕ ਵੀਰਾਂ ਨੇ ਸੈਂਕੜੇ ਵਾਰ ਇਹ ਸ਼ਬਦ ਦੀ ਵਰਤੋਂ ਕੀਤੀ। ਗੁਰਦੇਵ ਨੇ ਪ੍ਰਸਾਦ, ਪ੍ਰਸਾਦ ਦਾ ਭਾਵ ਹੈ ਕਿਰਪਾ। ਜਿੰਨਾ ਚਿਰ ਕਿਰਪਾ ਨਾ ਹੋਏ ਉਹਨਾਂ ਚਿਰ ਬਾਤ ਨਹੀਂ ਜੀ ਬਣਨੀ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਵਾਰ-ਵਾਰ ਇਹ ਸਾਨੂੰ ਸਮਝਾ ਰਹੇ ਨੇ ਭਾਈ ਜਿਨ੍ਹਾਂ ਦੇ ਧੁਰੋਂ ਕਰਮ ਚੰਗੇ ਨੇ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਨਾ, ਉਹੋ ਹੀ ਜੁੜਦੇ ਹਨ। ਉਹਦੀ ਕਿਰਪਾ ਤੋਂ ਬਿਨਾਂ ਜੁੜਿਆ ਨਹੀਂ ਜਾ ਸਕਦਾ। ਝੜ ਦੇਹੜ ਘੋੜੀ ਬਿਖਮ ਲੰਘਾਏ। ਔਰ ਉਹ ਗੁਰਮੁਖ ਪਿਆਰੇ ਦੇਹ ਰੂਪੀ ਘੋੜੀ ਤੇ ਚੜ ਕੇ ਜਿਹੜਾ ਕਠਿਨ ਸੰਸਾਰ ਹੈ ਨਾ, ਇਹਦੇ ਤੋਂ ਪਾਰ ਲੰਘ ਗਏ ਹਨ। ਗੱਲਾਂ ਕਰਨੀਆਂ ਗੁਰਮੁਖੋਂ ਬੜੀਆਂ ਸੌਖੀਆਂ, ਲੇਕਿਨ ਪ੍ਰੈਕਟੀਕਲ ਤੌਰ ਤੇ ਕਰਨਾ ਬੜਾ ਔਖਾ। ਮੁਹਿੱਦੀਨ ਫਾਨੀ ਇੱਕ ਇਤਿਹਾਸਕਾਰ ਹੋਇਆ, ਉਹਨੇ ਦਾਬਿਸਤਾਨ ਮਜਾਬ ਪੁਸਤਕ ਲਿਖਿਆ, ਇਤਿਹਾਸ ਗ੍ਰੰਥ। ਲੋਕੀ ਉਹਨੂੰ
ਵਿਚਾਰਵਾਨ ਬੜਾ ਪੜ੍ਹਦੇ ਨੇ। ਉਹਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਦਾ ਜ਼ਿਕਰ ਕੀਤਾ, ਉਹਦਾ ਨਾਮ ਭਾਈ ਸਾਧਾ ਹੈ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਉਹਨੂੰ ਹੁਕਮ ਕੀਤਾ ਵੀ ਗੁਰਮੁਖਾ ਸਾਨੂੰ ਘੋੜੇ ਚਾਹੀਦੇ ਨੇ, ਇੱਧਰੋਂ ਖਰੀਦ ਕੇ ਭੇਜ। ਉਹ ਗੁਰੂ ਕਾ ਪਿਆਰਾ ਘੋੜੇ ਖਰੀਦਣ ਲਈ ਜਦੋਂ ਚੱਲਿਆ ਨਾ ਆਪਣੇ ਨਗਰੋਂ, ਤੇ ਇੱਕ ਦੋ ਮੰਜ਼ਲਾਂ ਤੇ ਗਿਆ ਤੇ ਉਹਨੂੰ ਸੁਨੇਹਾ ਮਿਲਿਆ ਵੀ ਤੇਰਾ ਪੁੱਤ ਗੁਜ਼ਰ ਗਿਆ। ਬੜਾ ਤਗੜਾ ਵੀਰ ਆਦਮੀ ਸੀ। ਕਹਿਣ ਲੱਗੇ ਹੋਰ ਤਾਂ ਨਹੀਂ ਵੀ ਕਮ ਸੋ ਕਮ ਆਪਣੇ ਪੁੱਤਰ ਨੂੰ ਜਾਂਦਿਆਂ ਜਾਂਦੇ ਵੇਖ ਤਾਂ ਲੈ, ਉਹਦੀ ਅੰਤਮ ਕਿਰਿਆ ਤਾਂ ਕਰਦੇ। ਨਮਸਕਾਰ ਗੁਰੂ ਨੂੰ ਤੇ ਨਮਸਕਾਰ ਗੁਰੂ ਕੇ ਚੜ੍ਹਦੀ ਕਲਾ ਵਾਲੇ ਗੁਰਸਿੱਖਾਂ ਨੂੰ। ਕਹਿੰਦਾ ਗੁਰਮੁਖੋ, ਗੁਰੂ ਨੇ ਬੜੀ ਕਿਰਪਾ ਕੀਤੀ, ਪੈਸਾ ਧੇਲਾ ਕਾਰੇ ਤੇ ਬਾਲਣ ਖੁੱਲਾ, ਤੁਸੀਂ ਰਲ ਕੇ ਉਹਨੂੰ ਅਗਨ ਭੇਟ ਕਰ ਦਿਓ। ਗੁਰੂ ਦਾ ਸੁਨੇਹਾ ਰੋਜ਼ ਨਹੀਂ ਜਿਉਣਾ। ਔਰ ਉਸ ਗੁਰੂ ਕੇ ਲਾਲ ਭਾਈ ਸਾਧੇ ਨੇ ਘੋੜੇ ਖਰੀਦ ਕੇ ਸਤਿਗੁਰੂ ਪਾਤਸ਼ਾਹ ਨੂੰ ਇੱਥੇ ਲਿਆ ਕੇ ਭੇਟ ਕੀਤੇ। ਪਰ ਇਹ ਨਹੀਂ ਦੁਨਿਆਵੀ ਮੋਹ ਕਰਕੇ ਗੁਰੂ ਨੂੰ ਦੂਜੇ ਨੰਬਰ ਤੇ ਲੈ ਆਵਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਇਹ ਜਿਹੜਾ ਰਸਤਾ ਨਾ ਚੜ੍ਹ ਦੇੜ ਘੋੜੀ ਬਿਖਬ ਲਗਾਏ, ਇਹ ਦੇਹ ਰੂਪੀ ਘੋੜੀ ਤੇ ਜਿਹੜਾ ਚੜ੍ਹ ਕੇ ਇਸ ਕਠਿਨ ਰਸਤੇ ਨੂੰ ਕੋਈ ਲੰਘ ਸਕਦਾ ਹੈ। ਜਿਹਦੇ ਤੇ ਗੁਰੂ ਕਿਰਪਾ ਕਰੇ ਉਹੋ ਹੀ ਲੰਘਦੇ ਹਨ, ਅੱਗੇ ਨਿਰਣਾ ਕਰਨਗੇ। ਮਿਲ ਗੁਰਮੁਖ ਪਰਮਾਨੰਦਾ। ਗੁਰਮੁਖਾ, ਗੁਰਮੁਖ ਬਣ ਕੇ ਗੁਰੂ ਨੂੰ ਮਿਲ, ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇਗੀ। ਇਹ ਪਰਮ ਆਨੰਦਾ ਕੀ ਹੁੰਦਾ ਹੈ? ਇਹਦੀ ਵਿਆਖਿਆ ਵਿਦਵਾਨ ਪੁਰਸ਼ਾਂ ਨੇ ਵਿਦਾਂਤ ਸ਼ਾਸਤਰ ਵਿੱਚ ਕੀਤੀ ਹੈ। ਕਹਿੰਦੇ ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਆਪਾਂ ਵਿਸ਼ੇ ਵਿਕਾਰਾਂ 'ਚ ਆਨੰਦ ਸਮਝਦੇ ਹਾਂ, ਇਹਨੂੰ ਕਹਿੰਦੇ ਵਿਖਿਆਨੰਦ ਸੰਸਾਰ ਹੈ। ਵਿਖੇ ਵਿਕਾਰਾਂ ਵਿੱਚ ਨਿੰਦਿਆ ਚੁਗਲੀ ਹੋਰ ਬੜੀਆਂ ਢਿੱਲੀਆਂ ਗੱਲਾਂ। ਵਿਖਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ। ਜਿਹੜੇ ਹਰੀ ਦੇ ਦਾਸ ਨੇ, ਕਹਿੰਦੇ ਨੇ ਇੰਨੇ ਸਾਲਾਂ ਤੋਂ ਬਾਅਦ ਮੈਂ ਹਰਿਮੰਦਰ ਸਾਹਿਬ ਗਿਆ, ਗੁਰੂ ਕੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਮੈਨੂੰ ਇੰਨਾ ਆਨੰਦ ਆਇਆ ਵੀ ਮੈਂ ਦੱਸ ਹੀ ਨਹੀਂ ਸਕਦਾ। ਇਹਨੂੰ ਕਹਿੰਦੇ ਬ੍ਰਹਮਾਨੰਦ ਹਰਦਾਸ। ਬ੍ਰਹਮਾਨੰਦ ਜੀਵਨ ਮੁਕਤ, ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਹੋਇਆ, ਭਾਵੇਂ ਉਹ ਜੋੜੀ ਝਾੜੀ ਜਾਂਦੇ ਨੇ, ਭਾਵੇਂ ਉਹ ਬਰਤਨ ਮਾਂਜਦੇ ਨੇ, ਭਾਵੇਂ ਪ੍ਰਕਰਮਾਂ ਦੀ ਧੁਆਈ ਕੱਢਦੇ ਨੇ, ਭਾਵੇਂ ਦੁਕਾਨ ਤੇ ਬੈਠੇ ਨੇ, ਉਹਨਾਂ ਦੀ ਅੰਦਰ ਦੀ ਜਿਹੜੀ ਤਾਰ ਹੈ ਨਾ, ਉਹ ਜੁੜੀ ਰਹਿੰਦੀ ਹੈ। ਤੇ ਤਾਰ ਜੁੜਨ ਦਾ ਵੀ ਕਾਰਨ ਦੱਸਿਆ, ਭਈ ਵਾਸ਼ਨਾ ਨਾਸ। ਜਿਹੜੀਆਂ ਵਾਸ਼ਨਾ ਨੇ ਨਾ, ਇਹ ਸਾਨੂੰ ਜੁੜਨ ਨਹੀਂ ਦਿੰਦੀਆਂ। ਆਪਾਂ ਗੁਰਦੁਆਰਾ ਕੇ ਆ ਕੇ ਨੇ ਵੀ ਆਹ ਦੇ ਦੇ, ਆਹ ਦੇ ਦੇ। ਮੈਂ ਬੜੀ ਸਾਦੀ ਜੀ ਗੱਲ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਧੀਆਂ ਵਾਲੇ ਪੁੱਤਰਾਂ ਵਾਲੇ ਹਾਂ। ਕਦੇ ਸਾਡੀ ਬੇਟੀ ਨੇ ਆਖਿਆ ਵੀ ਮੇਰੀ ਮੰਗਣੀ ਕਰ ਦਿਓ, ਕਦੇ ਸਾਡੇ ਪੁੱਤਰ ਨੇ ਆਖਿਆ ਵੀ ਮੇਰੀ ਮੰਗਣੀ ਕਰ ਦਿਓ। ਮਾਂ ਪਿਓ ਨੂੰ ਆਪਣੇ ਆਪ ਫਿਕਰ ਹੁੰਦਾ ਵੀ ਮੇਰਾ ਪੁੱਤਰ ਸ਼ਾਦੀ ਦੇ ਯੋਗ ਹੈ ਤੇ ਮੇਰੀ ਧੀ ਵਰ ਦੇ ਯੋਗ ਹੈ। ਆਪਾਂ ਉਹਦੇ ਬਣ ਜਾਈਏ, ਸਾਡੇ ਨਾਲ ਉਹਨੂੰ ਸਾਡੀਆਂ ਲੋੜਾਂ ਦਾ ਵੱਧ ਪਤਾ ਹੈ। ਬਜ਼ੁਰਗ ਸ਼ੇਰ ਬੋਲਦੇ ਹੁੰਦੇ ਸਨ, ਬੜਾ ਪਿਆਰਾ, ਉਹਨਾਂ ਕੋਲ ਮੈਂ ਸੁਣਿਆ। ਕਹਿੰਦੇ ਜਬ ਦਾਂਤ ਨ ਥੇ ਤਬ दूध दियो, जब दांत दिए क्या अन्न न दे है। ਜਦੋਂ ਤੇਰੇ ਮੂੰਹ 'ਚ ਦੰਦੀਆਂ ਨਹੀਂ ਸਨ, ਉਦੋਂ ਪ੍ਰਮਾਤਮਾ ਨੇ ਤੈਨੂੰ ਦੁੱਧ ਦਿੱਤਾ, ਤੇ ਗੁਰਮੁਖਾ ਜੇ ਦੰਦ ਦਿੱਤੇ ਤੇ ਅੰਨ ਵੀ ਦੇਗਾ। ਜਦੋਂ ਦੰਦ ਨਹੀਂ ਸਨ, ਆਪਣੀ ਸਾਰਿਆਂ ਦੀ ਹਾਲਤ ਹੋਈ। ਜਬ ਥਾਂਤ ਨਾ ਥੇ ਤਬ दूध दियो, जब दांत दिए क्या अन्न न दे है। ਜੇ ਦੰਦ ਦਿੱਤੇ ਤੇ ਪਲਿਆ ਅੰਨ ਵੀ ਦੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਚੜ੍ਹ ਦੇੜ ਘੋੜੀ ਬਿਖਮ ਲਗਾਏ, ਮਿਲ ਗੁਰਮੁਖ ਪਰਮਾਨੰਦ। ਗੁਰੂ ਦੇ ਸਨਮੁਖ ਹੋ ਕਰਕੇ ਉਹ ਸੁਪਰੀਮ ਖੁਸ਼ੀ, ਸਾਰਿਆਂ ਤੋਂ ਵੱਡਾ ਆਨੰਦ ਜਿਹੜਾ ਨਾ, ਉਹ ਤੈਨੂੰ ਪ੍ਰਾਪਤ ਹੋਵੇਗਾ। ਪਰ ਥੋੜਾ ਜਿਹਾ ਖੇਚਲ ਕਰ। ਹਰ ਹਰ ਕਾਜ ਰਚਾਇਆ ਪੂਰਾ। ਜਿਹੜਾ ਇਹ ਮਨੁੱਖਾ ਦੇਹੀ ਤੇ ਸਤ ਸੰਗਤ ਵਿੱਚ ਆਉਣ ਦਾ ਕਾਰਜ ਹੈ ਨਾ,
ਇਹ ਪੂਰਨ ਗੁਰੂ ਨੇ ਰਚਾਉਣਾ ਕੀਤਾ ਹੈ। ਮਿਲ ਸੰਤ ਜਨਾ ਜੰਜ ਆਈ। ਜੰਜ ਕਿਹੜੀ? ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ। ਸੰਤ ਕਿਸੇ ਲਿਬਾਸ ਪਰਾਵੇ ਦਾ ਨਾਂ ਨਹੀਂ। ਸਤਿਗੁਰੂ ਪਾਤਸ਼ਾਹ ਨੇ ਬੜੇ ਸੂਖਮ ਤੇ ਬੜੀ ਡੂੰਘੀ ਗੱਲ ਕਹਿੰਦੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ। ਜਿਹੜੇ ਪ੍ਰਸ਼ਾਦਾ ਪਾਣੀ ਛਕਦੇ ਆ, ਜਿਹੜੇ ਸਾਸ ਲੈਂਦੇ ਆ, ਉਹਨੂੰ ਚੇਤੇ ਕਰਦੇ ਨੂੰ ਸੰਤ ਨੇ। ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਉਹ ਧਨਤਾ ਦੇ ਯੁੱਗ ਨੇ, ਉਹ ਪੂਰਨ ਮਹਾਂਪੁਰਸ਼ ਨੇ, ਉਹਨਾਂ ਦੀ ਜਿਹੜੀ ਸੰਗਤ ਕਰਨੀ ਭਾਈ, ਇਹ ਜਨ ਚੜ੍ਹਨੀ ਹੈ। ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ। ਫਿਰ ਗੁਰਮੁਖੋ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਗਿਆ। ਜਿਹੜਾ ਪਰਿਪੂਰਨ ਪ੍ਰਮਾਤਮਾ ਉਹ ਵਰ ਮਿਲ ਗਿਆ, ਉਹਨੇ ਸਾਨੂੰ ਪ੍ਰਵਾਨ ਕਰ ਲਿਆ। ਜਦੋਂ ਪ੍ਰਵਾਨ ਕਰ ਲਿਆ ਨਾ, ਤੇ ਕਿਸੇ ਦੇ ਘਰ ਖੁਸ਼ੀ ਦੀ ਖਬਰ ਹੋਵੇ, ਆਪ ਕਿਸ ਦਾ ਕਾਕਾ ਫਸਟ ਆਵੇ, ਤੇ ਆਪਾਂ ਕਹਿੰਦੇ ਭਾਈ ਸਾਹਿਬ ਤੁਹਾਨੂੰ ਵਧਾਈਆਂ ਹੋਣ, ਤੁਹਾਡਾ ਬੱਚਾ ਕਲਾਸ ਵਿੱਚੋਂ ਫਸਟ ਆਇਆ। ਗੁਰਮੁਖੋ ਤੁਹਾਡੇ ਘਰ ਪੋਤਾ ਹੈ, ਤੁਹਾਨੂੰ ਵਧਾਈ ਹੋਵੇ। ਇਸ ਪ੍ਰਕਾਰ ਕਹਿੰਦੇ ਗੁਰਮੁਖਾ ਵਧਾਈ ਤੂੰ ਪਾ ਵਾਧਾ ਹੋਣਾ। ਕਹਿੰਦੇ ਗੁਰਮੁਖਾ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਦੇ ਤੈਨੂੰ ਘਾਟਾ ਨਹੀਂ ਪਵੇਗਾ, ਤੈਨੂੰ ਵਾਧਾ ਹੀ ਹੋਵੇਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਮਿਹਰ ਕਰਨੀ, ਸਾਡੀ ਅਵਸਥਾ ਬਣੇ। ਔਰ ਇਹਦੇ ਨਾਲ ਨਾਲ ਅਸੀਂ ਜੋ ਗੁਰਮੁਖੋ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਹਾਂ, ਅਸੀਂ ਮਨੁੱਖ ਹਾਂ, ਰੱਬ ਨਹੀਂ। ਆਪਾਂ ਪੜ੍ਹਦੇ ਹਾਂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਕੇਵਲ ਤੇ ਕੇਵਲ ਇਹ ਗੁਰੂ ਹੈ ਜਿਹੜਾ ਭੁੱਲਦਾ ਨਹੀਂ। ਅਸੀਂ ਸਾਰੇ ਭੁੱਲਣਹਾਰ ਹਾਂ। ਇਸ ਕਰਕੇ ਮੈਂ ਸਮੁੱਚੇ ਕਥਾਵਾਚਕਾਂ ਵੱਲੋਂ, ਜਿਹੜੇ ਵੀ ਇੱਥੇ ਗੁਰਮੁਖ ਪਿਆਰੇ ਕਰਦੇ, ਇਹ ਮੈਨੂੰ ਗੱਲ ਕਿਉਂ ਕਹਿਣੀ ਵੀ ਸਮੁੱਚਿਆਂ ਵੱਲੋਂ ਆਮ ਕਰਕੇ ਮੈਨੂੰ ਫੋਨ ਕਰਦੇ ਨੇ, ਗਿਆਨੀ ਜੀ ਫਲਾਣੇ ਸਿੰਘ ਨੇ ਆਹ ਗੱਲ ਕਹੀ ਤੇ ਕਿਉਂ ਕਹੀ, ਇਹਨੇ ਗੱਲ ਕਹੀ ਤੇ ਇਹਨੇ ਕਿਉਂ ਕਹੀ। ਇਸ ਕਰਕੇ ਉਹ ਵੀ ਭੁੱਲਦੇ ਤੇ ਮੈਂ ਵੱਡਾ ਭੁੱਲਣਹਾਰ ਹਾਂ। ਮੈਂ ਉਹਨਾਂ ਸਾਰੇ ਗੁਰਮੁਖਾਂ ਤੋਂ ਮਾਫੀ ਮੰਗਦਾ ਤੇ ਬੇਨਤੀ ਕਰਦਾ, ਗੁਰਮੁਖੋ ਜਿਹੜੀ ਅਸੀਂ ਗੱਲ ਗਲਤ ਕਹਿੰਦੇ ਨਾ, ਉਹਨੂੰ ਕੂੜਾ ਜਾਣ ਕੇ ਸੁੱਟ ਦਿਓ, ਤੇ ਜਿਹੜੀ ਚੰਗੀ ਗੱਲ ਹੈ ਉਹਨੂੰ ਗ੍ਰਹਿਣ ਕਰ ਲਓ। ਤੇ ਨਾਲ ਸਾਡੇ ਵਾਸਤੇ ਇੱਕ ਅਰਦਾਸ ਕਰੋ ਕਿ ਸਤਿਗੁਰੂ ਪਾਤਸ਼ਾਹ ਸਾਨੂੰ ਅੱਗੇ ਤੋਂ ਸਮਾਦ ਦੇਣ ਵੀ ਉਹ ਗਲਤੀ ਨਾ ਹੋਵੇ। ਇਹ ਤੁਸੀਂ ਸਾਡੇ ਤੇ ਕਿਰਪਾ ਕਰੋ। ਸੋ ਇਸ ਕਰਕੇ ਗੁਰੂ ਤੇ ਗੁਰੂ ਕੀ ਸੰਗਤ ਕੋਲੋਂ ਭੁੱਲਾਂ ਚੁੱਕਾਂ ਦੀ ਮੁਆਫੀ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ ਜੀ। ਹਰ ਹਰ ਕਾਜ ਰਚਾਇਆ ਪੂਰੈ, ਮਿਲ ਸੰਤ ਜਨਾ ਜੰਜ ਆਈ। ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।